ਸਾਹਿਬ ਜੀਓ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ। ਸ੍ਰੀ ਗੁਰੂ ਗੰਗ ਕੇ ਬਾਗ ਸੁਨੇ ਮੁਸਕਾਵਤ ਧੀਰ ਕੇ ਬਾਗ ਕਹੈ। ਤੇਰੂ ਕਹਿਓ ਹਮ ਮਾਨ ਚਲੈ ਪੁਰ ਬੀਚ ਆਵਾਸ ਕੇ ਬਾਸ ਚਾਹੈ। ਸ੍ਰੀ ਗੁਰ ਗੰਗ ਕੇ ਬਾਗ ਸੁਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸੰਧਿਆ ਸਮੇਂ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਰਸ ਪਿੰਨਾ ਮਨੋਹਰ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਕਥਾ ਦਾ ਸਮਾਂ ਹੋ ਰਿਹਾ ਹੈ। ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਪੰਜ ਪਿਆਲੇ ਪੰਜ ਪੀਰ ਛਠੋਂ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਗਏ ਮੂਰਤ ਹਰਗੋਬਿੰਦ ਸਵਾਰੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਤਿਹਾਸ ਚੱਲ ਰਿਹਾ ਹੈ। ਗਰੀਬਨ ਵਾਜ ਸਤਿਗੁਰੂ ਜੀ ਵਡਾਲੀ ਪਿੰਡ ਵਿੱਚ, ਜਿਸ ਨੂੰ ਗੁਰੂ ਕੀ ਵਡਾਲੀ ਆਖਿਆ ਜਾਂਦਾ ਹੈ, ਉੱਥੇ ਕਰੀਬ 3 ਸਾਲ ਰਹੇ ਹਨ। ਉਸੇ ਹੀ ਪਿੰਡ ਵਿੱਚ ਗੁਰੂ ਮਹਾਰਾਜ ਦਾ ਅਵਤਾਰ ਹੋਇਆ। ਉੱਥੇ ਹੀ ਬਾਲ ਲੀਲਾ ਦੇ ਕੌਤਕ ਕੀਤੇ।
ਉੱਥੇ ਰਹਿੰਦਿਆਂ ਹੋਇਆਂ ਵਿਰੋਧੀਆਂ ਵੱਲੋਂ, ਸ਼ਰੀਕਾਂ ਵੱਲੋਂ ਕੁਝ ਐਸੀਆਂ ਕੁਝੀਆਂ ਹਰਕਤਾਂ ਵੀ ਕੀਤੀਆਂ ਗਈਆਂ। ਉਹ ਪ੍ਰਸੰਗ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਇੱਕ ਦਿਨ ਗਰੀਬਨ ਵਾਜ ਸਤਿਗੁਰੂ ਜੀ ਮਾਤਾ ਗੰਗਾ ਜੀ ਦੇ ਨਾਲ ਬਰਾਜੇ ਹੋਏ ਸਨ। ਦੇਵਤੇ ਦਰਸ਼ਨਾਂ ਲਈ ਆਏ ਹਨ। ਗੁਰੂ ਮਹਾਰਾਜ ਨੂੰ ਇੱਕ ਪਲੰਘ ਤੇ ਬੈਠਾ ਕੇ ਉਹਨਾਂ ਦੇਵਤਿਆਂ ਨੇ ਪੂਜਾ ਕੀਤੀ, ਆਰਤੀ ਉਤਾਰੀ, ਗੁਣ ਗਾਨ ਕੀਤੇ, ਬੇਨਤੀਆਂ ਕੀਤੀਆਂ। ਤੇ ਜਦੋਂ ਜਾਣ ਲੱਗੇ ਮਾਤਾ ਗੰਗਾ ਜੀ ਦੀ ਅੱਖ ਖੁੱਲੀ। ਉਹਨਾਂ ਨੂੰ ਭੁਲੇਖਾ ਪਿਆ ਵੀ ਸ਼ਾਇਦ ਇਹ ਚੋਰ ਨਾ ਆ ਗਏ ਹੋਣ। ਬਸ ਮਿੰਟਾਂ ਸਕਿੰਟਾਂ ਦੀ ਖੇਡ ਸੀ। ਦੇਵਤੇ ਉਥੋਂ ਗਾਇਬ ਹੋ ਗਏ। ਮਾਤਾ ਗੰਗਾ ਜੀ ਨੇ ਦਾਸ ਦਾਸੀਆਂ ਨੂੰ ਜਗਾਇਆ। ਚੋਰਾਂ ਦੀ ਤਲਾਸ਼ ਹੋਣ ਲੱਗੀ, ਪਰ ਚੋਰ ਤਾਂ ਹੈ ਹੀ ਨਹੀਂ ਸੀ ਉੱਥੇ ਕੋਈ। ਅਖੀਰ ਮਾਤਾ ਗੰਗਾ ਜੀ ਨੇ ਆਪਣੀ ਫਰਜ਼ੰਦ ਮੀਰੀ ਪੀਰੀ ਦੇ ਮਾਲਕ ਨੂੰ ਦੂਰ ਵੇਖ ਕੇ ਦੌੜ ਕੇ ਜਾ ਕੇ ਉਹਨਾਂ ਨੂੰ ਚੁੱਕਿਆ, ਆਪਣੇ ਮੋਢੇ ਨਾਲ ਲਾਇਆ, ਆ ਕੇ ਆਪਣੀ ਪਲੰਘ ਤੇ ਬਰਾਜ ਗਏ। ਜਦੋਂ ਅੰਮ੍ਰਿਤ ਵੇਲਾ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਆਪਣੇ ਮਹਿਲਾਂ ਵਿੱਚ ਆਏ ਨੇ। ਮਾਤਾ ਗੰਗਾ ਜੀ ਨੇ ਪਤੀ ਪਰਮੇਸ਼ਰ ਗੁਰੂ ਅਰਜਨ ਪ੍ਰਤੱਖ ਹਰ ਹਾਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀ, ਪਤਾ ਨਹੀਂ ਰਾਤ ਚੋਰ ਆਏ, ਮੈਂ ਦੌੜਦਿਆਂ ਦੀ ਪਿੱਠ ਵੇਖੀ ਹੈ। ਇਸ ਪਿੰਡ ਵਿੱਚ ਰਹਿੰਦਿਆਂ ਹੋਇਆਂ ਕਈ ਐਕਸੀਡੈਂਟ, ਕਈ ਹਾਦਸੇ ਵਾਪਰ ਚੁੱਕੇ ਨੇ। ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਸਾਨੂੰ ਹੁਣ ਆਪਣੇ ਨਗਰ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਬਸਦੀ ਸਗਨੇ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਸਾਨੂੰ ਹੁਣ ਰਾਮਦਾਸਪੁਰ, ਇਹ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਪਹਿਲਾ ਨਾਮ ਸੀ, ਸਾਨੂੰ ਉਸ ਪਿਤਾ ਸਤਿਗੁਰੂ ਦੇ ਅਸਥਾਨ ਤੇ ਹੀ ਜਾ ਕੇ ਰਹਿਣਾ ਚਾਹੀਦਾ ਹੈ। ਉੱਥੇ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਵੀ ਹਨ, ਗੁਰਸਿੱਖ ਵੀ ਹਨ, ਸੇਵਾਦਾਰ ਵੀ ਬੜੇ ਨੇ। ਉੱਥੇ ਕੋਈ ਕਿਸੇ ਕਿਸਮ ਦਾ ਵੀ ਡਰ ਨਹੀਂ ਹੋਵੇਗਾ। ਇੱਥੋਂ ਤੱਕ ਆਪ ਸੰਗਤਾਂ ਨੇ ਪ੍ਰਸੰਗ ਸੁਣਿਆ। ਅੱਗੇ ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਗੰਗਾ ਜੀ ਨੂੰ ਜਵਾਬ ਦਿੰਦੇ ਹਨ, ਉਹ ਪ੍ਰਸੰਗ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। श्री गुरु गंग के भाग सुने, मुस्कावत धीर के भाग कहें। माता गंगा जी दे सतगुरु ने बचन सुने ते फिर हस पे, मुस्कुराउंदियां होया बड़े धीरे दे बचन आखे। तेरो कहो हम मान चलें, और बीच आबास के बास चहें। हजूर कहन लगे, गंगा जी चलो हुण तुहाडा क्या मान लेने हैं, ते हुण आपां गुरु की नगरी जो साडे पिता सतगुरु का वसाया होया अस्थान है, श्री अमृतसर साहिब रामदासपुर
ਗੁਰੂ ਕੇ ਚੱਕ ਵਿੱਚ ਜਾ ਕੇ ਨਿਵਾਸ ਕਰਾਂਗੇ। ਤੋ ਸੁਤ ਕੋ ਨਹਿ ਤਰਾਸ ਕਿਸੂ ਫਲ ਸ਼੍ਰੀ ਪਰਮੇਸ਼ ਕਰ ਰਸ਼ਕ ਹੈ। ਪਰ ਤੁਸੀਂ ਆਪਣੇ ਪੁੱਤਰ ਦਾ ਭਾਵ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਕੋਈ ਡਰ ਨਾ ਕਰੋ। ਉਹ ਕਿਸੇ ਥਾਂ ਵੀ ਰਹਿਣ, ਉੱਥੇ ਪਰਮੇਸ਼ਰ ਉਹਨਾਂ ਦਾ ਰਖਵਾਲਾ ਹੋਵੇਗਾ। ਹੋਰ ਕੋ ਪਿਆਨ ਕਰੇ ਨਗਰੀ ਨਿਜ ਲੈ ਸਗਰੀ ਵਸਤੂ ਜੇ ਆਹੈ। ਲੋ ਆਪਾਂ ਸਵੇਰ ਹੁੰਦਿਆਂ ਸਾਰ ਵਡਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਵਿਦਾ ਹੋਵਾਂਗੇ ਤੇ ਨਾਲ ਹੀ ਸਾਰੀਆਂ ਵਸਤੂਆਂ ਜੋ ਸਾਡੇ ਪਾਸ ਨੇ ਉਹ ਸਾਰੀਆਂ ਤੁਸੀਂ ਸੰਭਾਲ ਲਓ ਤੇ ਸਵੇਰੇ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ। ਦੋਹਰਾ ਇਸ ਪ੍ਰਕਾਰ ਕਹਿ ਸ੍ਰੀ ਗੁਰੂ ਤਿਆਰੀ ਸਗਲ ਕਰਾਏ। ਇਉਂ ਸਤਿਗੁਰੂ ਮਹਾਰਾਜ ਨੇ ਰਾਤਰੀ ਦੇ ਸਮੇਂ ਗੁਰਸਿੱਖ ਸੰਗਤਾਂ ਨੂੰ ਆਦੇਸ਼ ਦੇ ਦਿੱਤਾ ਬਈ ਸੁਬਾਹ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ, ਤਿਆਰੀ ਕਰ ਲਵੋ। ਤੇ ਉਸ ਵੇਲੇ ਹਰ ਤਰ੍ਹਾਂ ਦੀ ਤਿਆਰੀ ਕਰ ਲਈ ਗਈ। ਸਦਨ ਸਮਾਜ ਸੰਭਾਰਿਓ ਦਾਸ ਲਗੇ ਸਮੁਦਾਏ। ਗੁਰੂ ਘਰ ਦਾ ਜਿੰਨਾ ਵੀ ਸਾਜੋ ਸਾਮਾਨ ਸੀ, ਮਾਲ ਅਸਬਾਬ ਸੀ, ਉਹ ਸੰਭਾਲਿਆ ਗਿਆ। ਬਹੁਤ ਸਾਰੇ ਸੇਵਾਦਾਰ ਸਾਜੋ ਸਾਮਾਨ ਇਕੱਠਾ ਕਰਨ ਦੇ ਵਿੱਚ ਲੱਗੇ ਹੋਏ ਹਨ। ਜਬ ਸ਼੍ਰੀ ਅਰਜਨ ਚਲਣ ਕੋ ਕਹਿਓ ਸਭਨ ਕੇ ਮਾਹ। ਲੋਕ ਕਵੀ ਜੀ ਕਹਿੰਦੇ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀਆਂ ਸੰਗਤਾਂ ਦੇ ਵਿੱਚ, ਸੇਵਾਦਾਰਾਂ ਦੇ ਵਿੱਚ ਇਹ ਬਚਨ ਕਿਹਾ ਵੀ ਹੁਣ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ। ਇਹ ਸਾਰੀਆਂ ਸੰਗਤਾਂ ਵਿੱਚ ਜਦੋਂ ਇਸ ਬਚਨ ਦਾ ਪਤਾ ਲੱਗਿਆ, ਦਾਸੀ ਦਾਸ ਸਮੂਹ ਜੇ ਹਰ ਖਤ ਕੀਨ ਉਮਾਹ। ਲੋ ਜਿੰਨੇ ਵੀ ਦਾਸ ਦਾਸੀਆਂ ਸਨ, ਸੇਵਾਦਾਰ ਸਨ, ਉਹ ਬੜੇ ਖੁਸ਼ ਹੋਏ। ਉਹਨਾਂ ਦੇ ਮਨ ਦੇ ਵਿੱਚ ਬੜਾ ਚਾਅ ਉਮਾਹ ਪੈਦਾ ਹੋ ਗਿਆ। ਕਿਉਂ? ਹਰ ਸਿੱਖ ਦੀ ਇਹ ਇੱਕ ਤੀਬਰ ਤਾਂਘ ਹੁੰਦੀ ਹੈ ਕਿ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਾਂ। ਕਿਉਂ? ਉਹ ਸਾਡੇ ਸਿੱਖਾਂ ਦਾ ਧਾਰਮਿਕ ਕੇਂਦਰੀ ਸਥਾਨ ਹੈ। ਜਾਂ ਇਉਂ ਕਹਿ ਲਓ, ਜਿਹੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੈ ਉਹ ਸਿੱਖ ਪੰਥ ਦਾ ਦਿਲ ਹੈ, ਹਾਰਟ ਹੈ, ਤੇ ਸ੍ਰੀ ਅਕਾਲ ਤਖਤ ਸਾਹਿਬ ਉਹ ਪੰਥ ਦਾ ਬ੍ਰੇਨ ਹੈ। ਹੁਣ ਦਿਲ ਤੇ ਦਿਮਾਗ ਇਹ ਦੋਵੇਂ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਸੁਸ਼ੋਭਤ ਨੇ। ਇਸੇ ਲਈ ਹਰ ਸਿੱਖ ਦੀ ਇਹ ਤਾਂਘ ਬਣੀ ਰਹਿੰਦੀ ਹੈ। ਜੋ ਸਾਡੀ ਰੋਜ਼ਾਨਾ ਦੀ ਅਰਦਾਸ ਹੁੰਦੀ ਹੈ ਉਹਦੇ ਵਿੱਚ ਵੀ ਹਰ ਸਿੱਖ, ਚਾਹੇ ਕੋਈ ਪੰਜਾਬ ਦੀ ਧਰਤੀ ਤੇ ਬੈਠਾ ਹੈ ਤੇ ਚਾਹੇ ਕੋਈ ਦੂਰ ਦੁਰਾਡੇ ਬੈਠਾ ਹੈ, ਚਾਹੇ ਦੇਸ਼ ਵਿਦੇਸ਼ ਦੇ ਵਿੱਚ ਬੈਠਾ ਹੈ, ਹਰ ਸਿੱਖ ਦੀ ਇਹ ਇੱਕ ਤਮੰਨਾ ਹੁੰਦੀ ਹੈ ਕਿ ਮੈਂ ਉੱਥੇ ਜਾ ਕੇ ਦਰਸ਼ਨ ਕਰਾਂ। ਅਰਦਾਸ ਵਿੱਚ ਅਸੀਂ ਇਹੀ ਕੁਛ ਤਾਂ ਮੰਗਦੇ ਹਾਂ, ਇਹ ਸਤਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਭਰੋਸਾ ਉਤਸ਼ਾਹ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਅੱਗੇ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਇਹ ਵੀ ਆਪਾਂ ਮੰਗਦੇ ਹਾਂ। ਕਿਉਂ? ਸਾਡੇ ਸਿੱਖਾਂ ਦਾ ਧਾਰਮਿਕ ਕੇਂਦਰੀ ਸਥਾਨ ਹੈ। ਇਸ ਲਈ ਉਸ ਵੇਲੇ ਵੀ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਾਲ ਆਪਣੇ ਦਿਲੋਂ, ਮਨੋਂ, ਤਨੋਂ, ਰੂਹ ਤੋਂ ਜੁੜੇ ਹੋਏ ਸਨ। ਇਸੇ ਲਈ ਜਦੋਂ ਸਾਰਿਆਂ ਨੇ ਸੁਣਿਆ ਵੀ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਤੇ ਸਭ ਦੇ ਮਨ ਦੇ ਵਿੱਚ ਚਾਉ ਮਾਹ ਪੈਦਾ ਹੋਇਆ। ਕਬਿਤ ਚਾਰ ਅਸਵਾਰੀ ਕਰੀ ਸਾਰੀ ਤਬ ਤਿਆਰੀ ਤਹਿ। ਲੋ ਉਸ ਵੇਲੇ ਜਾਣ ਦੇ ਲਈ ਬੜੀਆਂ ਸੁੰਦਰ ਅਸਵਾਰੀਆਂ ਜਿੰਨੀਆਂ ਦੀ ਲੋੜ ਸੀ ਉਹ ਸਾਰਿਆਂ ਦੀ ਤਿਆਰੀ ਕਰ ਲਈ ਹੈ। ਘੇਰ ਨਰ ਨਾਰੀ ਕੋ ਉਸ਼ਾਹ ਭਇਓ ਮਨ ਮੈਂ। ਜਿੰਨੇ ਵੀ ਸੰਗਤਾਂ ਦੇ ਵਿੱਚ ਮਾਈ ਭਾਈ ਸਨ, ਸਾਰਿਆਂ ਦੇ ਮਨ ਦੇ ਵਿੱਚ ਇੱਕ ਚਾਉ ਜਿਹਾ ਪੈਦਾ ਹੋ ਗਿਆ ਵੀ ਹੁਣ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਕੀ ਨਗਰੀ ਵਿੱਚ ਜਾਣਾ ਹੈ। ਸਯੰਦਨ ਬਹਿਲ ਯਾਰ ਸਕਟੇ ਸਮਾਜ ਪਰੇ। ਕਿਹੜੀਆਂ ਕਿਹੜੀਆਂ ਸਵਾਰੀਆਂ ਤਿਆਰ ਕੀਤੀਆਂ ਨੇ। ਸਯੰਦਨ ਰਾਤ, ਬਹਿਲ ਬੈਲ ਗੱਡੀਆਂ ਤੇ ਸਕਟੇ ਗੱਡੇ ਤੇ ਹੋਰ ਸਾਜੋ ਸਮਾਨ ਦੇ ਨਾਲ ਭਰ ਲਏ ਹਨ। ਦਾਸ ਕਰੇ ਕਾਰਜ ਕੋ ਅਲਾਦੀਆਨ ਤੈਨੂੰ ਮੈਂ। ਜਿੰਨੇ ਵੀ ਗੁਰੂ ਘਰ ਦੇ ਦਾਸ ਸੇਵਾਦਾਰ ਨੇ
ਉਹ ਸਵਾਰੀਆਂ ਤਿਆਰ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਸਾਜੋ ਸਾਮਾਨ ਸੰਭਾਲਣ ਦੇ ਵਿੱਚ ਲੱਗੇ ਹੋਏ ਨੇ। ਜਿੰਨੀ ਵੀ ਸਮੱਗਰੀ ਸਾਜੋ ਸਾਮਾਨ ਤਿਆਰ ਕੀਤਾ ਹੈ ਉਹ ਗੱਡਿਆਂ ਵਿੱਚ ਲੱਦ ਲਿਆ। ਵੱਡੋ ਬਰ ਟੋਹੇ ਬਾਰ ਦੀਰਘ ਕਰਾਹੇ ਲੀਨ। ਲੋਕ ਕਵੀ ਜੀ ਕਹਿੰਦੇ ਨੇ ਇਹ ਹੈ ਲੰਗਰ ਦੇ ਬਰਤਨ, ਬੜੇ ਬੜੇ ਬਲਟੋਹੇ ਜਿਹਨੂੰ ਆਪਾਂ ਦੇਗੇ ਕਹਿ ਦਿੰਦੇ ਹਾਂ, ਤੇ ਸੰਗਤ ਦੇ ਪ੍ਰਸ਼ਾਦਾ ਛਕਣ ਲਈ ਥਾਲ, ਤੇ ਬੜੇ ਬੜੇ ਕੜਾਹੇ ਜਿਨ੍ਹਾਂ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ, ਉਹ ਸਾਰੇ ਲੈ ਲਏ। ਔਰ ਸਭ ਬਾਸਨ ਸੰਭਾਰੇ ਤਿਸ ਛਿਨ ਮੈਂ। ਤੇ ਜਿਹੜੇ ਗੁਰੂ ਕੇ ਲੰਗਰ ਦੇ ਸਾਰੇ ਭਾਂਡੇ ਉਸ ਵੇਲੇ ਸੇਵਾਦਾਰਾਂ ਨੇ ਸੰਭਾਲ ਲਏ ਹਨ। ਬਸਨ ਕੇ ਭਾਰ ਪੂਰ ਧਰੇ ਕਰ ਪੂਰਨ ਕੋ। ਤੇ ਬਸਨ ਤੋਂ ਭਾਵ ਹੈ ਬਸਤਰ, ਭਾਂਡੇ ਸੰਭਾਲ ਲਏ ਨੇ, ਤੇ ਜਿਹੜੇ ਹੋਰ ਕੱਪੜਾ ਲੀੜਾ ਬਸਤਰ ਆਦਿਕ ਸਨ ਉਹ ਵੀ ਸਾਰੇ ਗੱਡਿਆਂ ਦੇ ਵਿੱਚ ਸਵਾਰੀਆਂ ਵਿੱਚ ਧਰ ਲਏ। ਬ੍ਰਿਖ ਬਹੁ ਕੋ ਜੋਰ ਕੀਨ ਪੂਰਨ ਗਮਨ ਮੈਂ। ਤੇ ਫਿਰ ਉਹਨਾਂ ਸਵਾਰੀਆਂ ਨੂੰ ਬ੍ਰਿਖ ਪਦਾਰਥ ਹੈ ਬਲਦ ਜੋੜੇ ਗਏ, ਤੇ ਉਹਨਾਂ ਨੂੰ ਜੋੜ ਕੇ ਬਹੁਤ ਛੇਤੀ ਗੁਰੂ ਕੀ ਵਡਾਲੀ ਤੋਂ ਅੰਮ੍ਰਿਤਸਰ ਸਾਹਿਬ ਜੀ ਦੇ ਲਈ ਚਾਲੇ ਪਾ ਦਿੱਤੇ। ਸੁੰਦਰ ਸੁਰੰਗ ਸਜਿਓ ਸਯੰਦਨ ਪੈਜਰੀਦਾਰ। ਲੋ ਜਿਹੜੇ ਮਾਤਾ ਗੰਗਾ ਜੀ ਵਾਸਤੇ ਹੁਣ ਰਥ ਆਇਆ ਹੈ ਉਹ ਬੜਾ ਸੋਹਣਾ ਹੈ, ਰੰਗ ਵੀ ਬੜਾ ਸੁੰਦਰ ਹੈ, ਐਨ ਸਜਿਆ ਧਜਿਆ ਹੋਇਆ ਹੈ। ਊਰਦ ਉਤੰਗ ਦਵੈ ਕਲਸ ਚਾਮੀ ਕਰਕੇ। ਜ਼ਰੀਦਾਰ ਸੁਨਹਿਰੀ ਰੰਗ ਦਾ ਹੈ, ਉਸ ਦੇ ਉੱਤੇ 2 ਸੋਨੇ ਦੇ ਕਲਸ ਵੀ ਸੋਹਣੇ ਸਜਾਏ ਹੋਏ ਹਨ। ਚੰਚਲ ਤੁਰੰਗ ਬਲ ਸੰਗ ਭਰੇ ਅੰਗ ਜਨ। ਉਸ ਰਾਤ ਨੂੰ ਬੜੇ ਚੰਚਲ, ਬੜੇ ਫੁਰਤੀਲੇ, ਬੜੇ ਚੁਸਤ ਘੋੜੇ ਵੀ ਉਸ ਦੇ ਨਾਲ ਜੋੜੇ ਹੋਏ ਨੇ, ਤੇ ਉਸ ਰਾਤ ਨੂੰ ਤਿਆਰ ਕਰਕੇ ਤੇ ਮਾਤਾ ਜੀ ਦੇ ਘਰ ਮੂਹਰੇ ਲਿਆ ਕੇ ਖੜਾ ਕਰ ਦਿੱਤਾ। ਘੁੰਗਰੂ ਕਮੰਕਤ ਸਜਾਏ ਬੀਚ ਘਰ ਕੇ। ਉਹ ਜਿਹੜੇ ਘੋੜੇ ਨੇ ਰਾਤ ਨੂੰ ਜੋੜੇ ਹੋਏ ਤੇ ਉਹਨਾਂ ਦੇ ਗਲਾਂ ਦੇ ਵਿੱਚ ਘੁੰਗਰੂ ਵੀ ਪਾਏ ਹੋਏ ਨੇ, ਤੇ ਉਹ ਘੁੰਗਰੂ ਨਾਲ ਛਣਕਦੇ ਨੇ, ਤੇ ਉਹਨਾਂ ਦੇ ਗਲਾਂ ਦੇ ਵਿੱਚ ਇਸ ਤਰ੍ਹਾਂ ਉਹ ਘੁੰਗਰੂਆਂ ਦੀ ਮਾਲਾ ਜੀ ਬਣਾ ਕੇ ਪਰੋ ਕੇ ਪਾਈ ਹੋਈ ਹੈ। ਜੂੜੇ ਸਾਥ ਜੋਰ ਕਰ ਹੇਰੇ ਕਸ਼ੂ ਤੋਰ ਕਰ। ਲੋ ਜਿਹੜੇ ਬੈਲ ਗੱਡੀਆਂ ਸਨ ਉਹਨਾਂ ਨੂੰ ਬੈਲ ਜੋੜੇ ਨੇ, ਤੇ ਰਥਾਂ ਨੂੰ ਘੋੜੇ ਜੋੜ ਲਏ ਨੇ, ਤੇ ਜੂਲੇ ਦੇ ਨਾਲ ਜੋੜ ਕੇ ਤੇ ਫਿਰ ਥੋੜਾ ਜਿਹਾ ਉਹਨਾਂ ਨੂੰ ਤੋੜ ਕੇ ਦੇਖਿਆ ਵੀ ਕੋਈ ਖਾਮੀ ਤਾਂ ਨਹੀਂ, ਕੋਈ ਨੁਕਸ ਤਾਂ ਨਹੀਂ। ਜਿਵੇਂ ਆਮ ਜਿਹੜੇ ਸਿਆਣੇ ਵੀ ਜਿਹੜੇ ਕੋਈ ਇਸ ਤਰ੍ਹਾਂ ਦੇ ਕੋਈ ਸਵਾਰੀ ਚਲਾਉਣ ਵਾਲੇ ਨੇ, ਉਹ ਜਦੋਂ ਪਹਿਲਾਂ ਗੱਡੀ ਨੂੰ ਵੀ ਤੋਰਦੇ ਨੇ, ਪਹਿਲਾਂ ਅੱਗੇ ਥੋੜਾ ਜਿਹਾ ਤੋਰ ਕੇ ਵੇਖਦੇ ਨੇ, ਫਿਰ ਬੈਕ ਕਰਦੇ ਨੇ। ਇਹ ਸਿਆਣਪ ਹੁੰਦੀ ਹੈ ਵੀ ਹੁਣ ਜਦੋਂ ਇਹਨਾਂ ਨੇ ਰਾਤ ਘੋੜੇ ਬੈਲ ਗੱਡੀਆਂ ਤਿਆਰ ਕੀਤੀਆਂ, ਜਿਹੜੇ ਉਹਨਾਂ ਨੂੰ ਚਲਾਉਣ ਵਾਲੇ ਸਨ, ਹੱਕਣ ਵਾਲੇ ਸਨ, ਪਾਟੀ ਜਿਨ੍ਹਾਂ ਨੂੰ ਕਹਿ ਦਿੰਦੇ ਆ, ਤੇ ਜਾਂ ਰਥੀ ਸਾਰਥੀ, ਉਹਨਾਂ ਨੇ ਥੋੜਾ ਜਿਹਾ ਤੋਰ ਕੇ ਉਹਨਾਂ ਨੂੰ ਵੇਖਿਆ ਤੇ ਗੇੜਾ ਦੇ ਕੇ ਵੀ ਨਾਲੇ ਤਾਂ ਉਹ ਗਰਮ ਹੋ ਜਾਣਗੇ, ਤੇ ਫਿਰ ਮੋੜ ਕੇ ਲਿਆ ਕੇ ਘਰ ਦੇ ਦਰਵਾਜ਼ੇ ਅੱਗੇ ਖੜੇ ਕਰ ਦਿੱਤੇ। ਸ੍ਰੀ ਹਰਗੋਬਿੰਦ ਨੰਦ ਲੈ ਕਰ ਉਸ਼ੰਗ ਗੰਗ। ਲੋ ਮਾਤਾ ਗੰਗਾ ਜੀ ਨੇ ਆਪਣੇ ਪਿਆਰੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪਣੀ ਕੁਛੜ ਚੁੱਕ ਲਿਆ ਹੈ। ਆਨੰਦ ਬਲੰਦ ਕਰ ਬੈਠੀ ਬੀਚ ਭਰ ਕੇ। ਬਹੁਤ ਹੀ ਆਨੰਦ ਮਨ ਵਿੱਚ ਧਾਰਨ ਕਰਕੇ ਉਹ ਸੋਹਣੇ ਰਸ ਦੇ ਵਿੱਚ ਬੈਠ ਕੇ ਪ੍ਰਵੇਸ਼ ਹੋ ਕੇ ਬੈਠ ਗਈ ਹੈ। ਪਾਲਕੀ ਅਰੂੜ ਪਏ ਗੁਰੂ ਗਨ ਗੂੜ ਮਹਾ। ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਬੜੇ ਗੂੜ ਗੁਣਾਂ ਦੇ ਮਾਲਕ ਨੇ, ਉਹ ਆਪ ਸਤਿਗੁਰੂ ਪਾਲਕੀ ਸਾਹਿਬ ਦੇ ਵਿੱਚ ਸਵਾਰ ਹੋਏ ਹਨ। ਪੰਥ ਪ੍ਰਸਥਾਨੇ ਹਰ ਖਾਨੇ ਪੁਰ ਜਾਨ ਕੋ। ਉਹ ਵਡਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਏ ਨੇ, ਤੇ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਸਤੇ ਇੱਥੋਂ ਚੱਲ ਪਏ ਹਨ। ਨੰਦ ਮੁਖ ਚੰਦ ਦੇਖ ਗਮ ਨੈ ਸੋ ਮੰਦ ਮੰਦ। ਮਾਤਾ ਗੰਗਾ ਜੀ ਵੀ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸੋਹਣੇ ਚੰਦ ਵਰਗੇ ਮੁਖ ਨੂੰ ਦੇਖਦੀ ਹੈ, ਤੇ ਨਾਲੇ ਹੌਲੀ ਹੌਲੀ
ਰਾਤ ਚੱਲ ਰਿਹਾ ਹੈ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾ ਰਹੇ ਹਨ। ਦਾਸੀ ਦਾਸ ਬ੍ਰਿੰਦ ਸਿੱਖ ਸੰਗਤਾਂ ਮਹਾਨ ਕੋ, ਤੇ ਬਹੁਤ ਸਾਰੀਆਂ ਦਾਸ ਤੇ ਦਾਸੀਆਂ ਵੀ ਨਾਲ ਨੇ ਤੇ ਗੁਰਸਿੱਖ ਮਾਈ ਭਾਈ ਸੰਗਤਾਂ ਵੀ ਬਹੁ ਗਿਣਤੀ ਵਿੱਚ ਹਨ। ਰਾਮਦਾਸ ਨਗਰੀ ਮੈਂ ਜਾਏ ਕੈ ਪ੍ਰਵੇਸ਼ ਭਏ, ਕਿਉਂ ਕਾਫਲੇ ਸਮੇਤ, ਸੰਗਤਾਂ ਦੇ ਕਾਫਲੇ ਸਮੇਤ ਜਿਵੇਂ ਕੋਈ ਨਗਰ ਕੀਰਤਨ ਆਪਾਂ ਕਰਦੇ ਹਾਂ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਇਸੇ ਰੂਪ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਭਾਵ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਪ੍ਰਵੇਸ਼ ਹੋ ਗਏ। ਬਾਦਤ ਅਸ਼ੇਸ਼ ਬਜਵਾਏ ਹਰ ਖਾਨ ਕੋ, ਤੇ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੀਮਾ ਵਿੱਚ ਪ੍ਰਵੇਸ਼ ਹੁੰਦੇ ਨੇ, ਉਸ ਵੇਲੇ ਉਤਸ਼ਾਹ ਦੇ ਨਾਲ ਗੁਰਸਿੱਖ ਸੰਗਤਾਂ ਨੇ ਬਹੁਤ ਸਾਰੇ ਵਾਜੇ ਵਜਵਾਏ ਹਨ। ਧੁੰਦਬ ਅਲਪ ਸੰਖ ਸ਼ੋਰ ਆਉ ਨਫੀਰ ਗਨ, ਕਿਹੜੇ ਕਿਹੜੇ ਵਾਜੇ ਵਜਾਏ ਗਏ? ਧੁੰਦਪ ਆ ਛੋਟੇ ਨਗਾਰਿਆਂ ਨੂੰ ਕਹਿੰਦੇ ਨੇ, ਤੇ ਨਾਲ ਸੰਖ ਉੱਚੀ ਉੱਚੀ ਵਜਾਏ ਗਏ ਨੇ, ਬੜੀਆਂ ਉੱਚੀ ਆਵਾਜ਼ਾਂ ਆ ਰਹੀਆਂ ਨੇ, ਤੇ ਬਹੁਤ ਸਾਰੀਆਂ ਨਫੀਰੀਆਂ, ਇਹ ਵੀ ਇੱਕ ਮੂੰਹ ਨਾਲ ਲਾ ਕੇ ਜੋ ਬੰਸਰੀ ਵੱਜਦੀ ਹੈ ਉਹਦੇ ਵਰਗਾ ਸਾਜ਼ ਹੁੰਦਾ, ਤੇ ਇਸ ਤਰ੍ਹਾਂ ਦੇ ਸਾਜ਼ ਵਜਾਏ ਹਨ, ਵਾਜੇ ਵਜਾਏ ਹਨ। ਬਾਜਤ ਮਿਰਦੰਗ ਸੋ ਅਰਬਾਬੀ ਕਰੈ ਗਾਨ ਕੋ, ਲੋਕ ਗੁਰੂ ਮਹਾਰਾਜ ਦੇ ਆਗਮਨ ਦੀ ਖੁਸ਼ੀ ਵਿੱਚ ਖੁਸ਼ੀਆਂ ਦੇ ਵਾਜੇ ਵਜਾਏ ਗਏ ਨੇ, ਤੇ ਜਿਹੜੇ ਰਬਾਬੀ ਤੋਂ ਭਾਵ ਹੈ ਕੀਰਤਨੀਏ, ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਆਉਣ ਦੀ ਖੁਸ਼ੀ ਵਿੱਚ ਸ਼ਬਦ ਕੀਰਤਨ ਕਰ ਰਹੇ ਨੇ। ਭਾਵ ਜਿਵੇਂ ਨਗਰ ਕੀਰਤਨ ਆਪਾਂ ਕਰਦੇ ਉਹਦੇ ਵਿੱਚ ਵੀ ਗੁਰਬਾਣੀ ਦੇ ਸ਼ਬਦ ਗਾਇਨ ਹੁੰਦੇ ਨੇ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਹੀ ਇੱਕ ਅਸਵਾਰੀ ਤੇ ਰਾਗੀ ਸਿੰਘ ਬੈਠੇ ਨੇ, ਤੇ ਉਹ ਸ਼ਬਦਾਂ ਦਾ ਗੁਰਬਾਣੀ ਦਾ ਗਾਇਨ ਕਰ ਰਹੇ ਹਨ। ਰਹੇ 3 ਸੰਮਤ ਵਡਾਲੀ ਗੁਰੂ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ 3 ਸਾਲ ਦਾ ਵਕਫਾ ਹੈ, 3 ਸਾਲ ਦੇ ਕਰੀਬ ਵਡਾਲੀ ਨਗਰ ਵਿੱਚ ਰਹੇ ਹਨ। ਸਗਰੇ ਸਮਾਜ ਸਾਜ ਪੁਰੀ ਨਿਜ ਆਏਗੇ, ਫਿਰ ਸਾਰਾ ਸਾਜੋ ਸਾਮਾਨ ਸਜਾ ਕੇ ਭਾਵ ਲੈ ਕੇ ਆਪਣੀ ਪੂਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਹਨ। ਲੋਕ ਸਮੁਦਾਏ ਗੁਰ ਆਗਮ ਕੋ ਸੁਣ ਪਾਏ, ਤੇ ਜਿੰਨੇ ਨਗਰ ਨਿਵਾਸੀ ਲੋਕ ਸਨ, ਸੰਗਤਾਂ ਸਨ, ਉਹਨਾਂ ਨੂੰ ਵੀ ਪਤਾ ਲੱਗਿਆ ਬਈ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਨਾਲ ਲੈ ਕੇ ਸਾਰਾ ਪਰਿਵਾਰ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਹੈ, ਤੇ ਸਭ ਨੂੰ ਖਬਰਾਂ ਮਿਲੀਆਂ। ਭਏ ਇੱਕ ਥਾਂ ਸਭ ਹੀ ਕੈ ਮੋਦ ਛਾਏ ਗਏ, ਤੇ ਸਾਰੀਆਂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿਣ ਵਾਲੀਆਂ ਇੱਕ ਥਾਂ ਇਕੱਠੀਆਂ ਹੋ ਗਈਆਂ ਨੇ, ਤੇ ਸਾਰਿਆਂ ਦੇ ਮਨ ਦੇ ਵਿੱਚ ਬੜਾ ਆਨੰਦ ਭਰਿਆ ਹੋਇਆ ਹੈ। ਆਏ ਅਗਵਾਏ ਧਾਏ ਮਿਲੇ ਚਿਤ ਚਾਏ ਚਾਏ, ਅੱਗੇ ਆ ਕੇ ਸਤਿਗੁਰੂ ਮਹਾਰਾਜ ਨੂੰ ਮਿਲੇ ਨੇ, ਸਵਾਗਤ ਕੀਤਾ, ਜਿਉਂ ਆਇਆ ਆਖਿਆ ਹੈ, ਤੇ ਦੌੜ ਦੌੜ ਕੇ ਚਿੱਤ ਵਿੱਚ ਚਾਹ ਧਾਰਨ ਕਰ ਕਰਕੇ ਅੱਗੇ ਸਭ ਸੰਗਤਾਂ ਆ ਰਹੀਆਂ ਹਨ। ਸ਼ਬਦ ਸੋ ਗਾਏ ਗਾਏ ਪ੍ਰੇਮ ਉਮ ਗਾਏਗੇ, ਤੇ ਬੜੇ ਪ੍ਰੇਮ ਦੇ ਵਿੱਚ ਉਛਲ ਉਛਲ ਕੇ ਨਾਲ ਗੁਰਬਾਣੀ ਦੇ ਸ਼ਬਦ ਗਾਉਂਦੇ ਨੇ, ਤੇ ਬੜੇ ਪ੍ਰੇਮ ਦੇ ਨਾਲ ਸ਼ਬਦ ਗਾਇਨ ਕਰਕੇ ਗੁਰੂ ਮਹਾਰਾਜ ਦਾ ਸਵਾਗਤ ਕਰਦੇ ਹਨ। ਭੇਟ ਅਰ ਪਾਏ ਅਰਦਾਸਨ ਸੁਨਾਏ ਕਰ, ਤੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਵੀ ਅਰਪਣ ਕਰਦੇ ਨੇ, ਤੇ ਨਾਲ ਅਰਦਾਸਾਂ ਬੇਨਤੀਆਂ ਵੀ ਕਰਕੇ ਸੁਣਾਉਂਦੇ ਹਨ। ਸੀਸ ਕੋ ਨਵਾਏ ਕਰ ਗੁਰੂ ਪਗ ਲਾਏ ਗਏ, ਫਿਰ ਸੀਸ ਨਿਵਾ ਕੇ ਸੀਸ ਝੁਕਾ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਲਾ ਦਿੰਦੇ ਹਨ। ਦੇਤ ਹੈ ਵਧਾਈ ਪੁਰੀ ਆਪਣੀ ਸੁਹਾਈ ਬਸੋ, ਉਹ ਸੰਗਤਾਂ ਹੁਣ ਵਧਾਈਆਂ ਦਿੰਦੀਆਂ ਨੇ ਵੀ ਤੁਹਾਡੇ ਘਰੇ ਸਾਹਿਬਜ਼ਾਦਾ ਆਇਆ, ਸਤਿਗੁਰ ਸਾਚਾ ਦੀਆ ਪੇਚਰ ਜੀਵਨ ਉਪਜਿਆ ਸੰਜੋਗ, ਤੇ ਇਸ ਵਾਸਤੇ ਸੰਗਤਾਂ ਵਧਾਈ ਦਿੰਦੀਆਂ ਨੇ, ਤੇ ਨਾਲ ਹੀ ਕਹਿੰਦੀਆਂ ਨੇ ਤੁਹਾਡੇ ਆਉਣ ਦੇ ਨਾਲ ਇਹ ਜਿਹੜੀ ਨਗਰੀ ਹੈ ਭਾਵ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਗੁਰੂ ਕੀ ਨਗਰੀ ਸੁਭਾਏਮਾਨ ਹੋ ਗਈ ਹੈ। ਪੁੱਤਰ ਕੇ ਸਮੇਤ ਨਿਤ ਦਰਸ਼ਕੋ ਦੀਜੀਐ, ਹੁਣ ਤੁਸੀਂ ਆਪਣੇ ਨਗਰ ਵਿੱਚ ਹੀ ਰਹੋ, ਤੇ ਆਪਣੇ ਪੁੱਤਰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਤ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰੋ। ਲੈ ਕਰ ਸੁਧਾਰੇ ਸੰਗ ਸਦਨ ਸੁਰੰਗ ਜਹਾਂ, ਜਿਹੜੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਸੀ ਸੰਗਤਾਂ ਨੇ ਗੁਰੂ ਮਹਾਰਾਜ ਨੂੰ ਅੱਗੇ ਲੈਣ ਵਾਸਤੇ ਗਈਆਂ ਨੇ, ਤੇ ਹਜੂਰ ਨੂੰ ਨਾਲ ਲੈ ਕੇ ਜਿੱਥੇ ਬੜੇ ਸੋਹਣੇ ਰੰਗ ਦੇ ਮਹਿਲ ਗੁਰੂ ਮਹਾਰਾਜ ਦੇ ਲਈ ਪਹਿਲਾਂ ਹੀ ਤਿਆਰ ਕੀਤੇ ਹੋਏ ਸਨ,
ਉਹਨਾਂ ਦੀ ਪੂਰੀ ਸਫਾਈ ਨਵੇਂ ਸੁਨੇ ਰੰਗ ਕਰਕੇ ਤੇ ਫਿਰ ਉੱਥੇ ਲੈ ਆਏ। ਹਾਥ ਜੋੜ ਕਹੈ ਇਹ ਸੁਖ ਸੋਭ ਸੀਜੀਐ। ਹੱਥ ਜੋੜ ਕੇ ਸੰਗਤਾਂ ਬੇਨਤੀਆਂ ਕਰਦੀਆਂ ਨੇ, ਸੱਚੇ ਪਾਤਸ਼ਾਹ ਹੁਣ ਆਨੰਦ ਦੇ ਨਾਲ ਆਪਣੇ ਇਹ ਮਹਿਲਾਂ ਦੇ ਵਿੱਚ ਆਪਣੇ ਘਰ ਗੁਰੂ ਕੀ ਨਗਰੀ ਵਿੱਚ ਵਸੋ। ਸ੍ਰੀ ਹਰਗੋਬਿੰਦ ਆਨੰਦ ਹੇਰਤ ਉਸ਼ੰਗ ਗੰਗ। ਲੋ ਜਦੋਂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬਜ਼ਾਦੇ ਨੂੰ ਮਾਤਾ ਗੰਗਾ ਜੀ ਦੀ ਕੁਛੜ ਵਿੱਚ ਦੇਖਿਆ। ਸਿਆੰਦਨ ਤੇ ਉਤਰੀ ਸੋ ਨਾਰੀ ਕਹੇ ਜੀ ਜੀਐ। ਲੋ ਜਦੋਂ ਸਾਹਿਬਜ਼ਾਦੇ ਨੂੰ ਨਾਲ ਚੁੱਕ ਕੇ ਮਾਤਾ ਗੰਗਾ ਜੀ ਰਾਤੋਂ ਹੇਠਾਂ ਉਤਰੇ ਨੇ ਤੇ ਜਿੰਨੀਆਂ ਵੀ ਮਾਈਆਂ ਸਨ, ਬੀਬੀਆਂ ਸਨ, ਭੈਣਾਂ ਮਾਤਾਵਾਂ ਸਨ, ਉਹਨਾਂ ਸਾਰਿਆਂ ਨੇ ਕੋਈ ਗੱਲ ਆਖੀ, ਕਹੇ ਜੀ ਜੀਏ, ਜਿਉਂਦੇ ਰਹੋ। ਜਿਵੇਂ ਮਾਈਆਂ ਦਾ ਸੁਭਾਅ ਹੁੰਦਾ ਨਾ, ਉਹ ਅਸੀਸ ਦਿੰਦੀਆਂ ਨੇ। ਜਦੋਂ ਮਾਤਾ ਗੰਗਾ ਜੀ ਸਾਹਿਬਜ਼ਾਦਿਆਂ ਨੂੰ ਲੈ ਕੇ ਰਾਤੋਂ ਹੇਠਾਂ ਉਤਰੇ ਤੇ ਜਿਹੜੀਆਂ ਸੰਗਤਾਂ ਸਨ, ਬੀਬੀਆਂ ਮਾਤਾਵਾਂ, ਉਹਨਾਂ ਨੇ ਆਸ਼ੀਰਵਾਦ ਦਿੱਤਾ। ਸਦਾ ਮੋਦ ਕੀਜੀਏ ਸੋ ਨਗਰੀ ਥਰੀ ਜੀਏ। ਤੇ ਨਾਲ ਬੇਨਤੀ ਕਰ ਰਹੀਆਂ ਨੇ ਵੀ ਤੁਸੀਂ ਆਪਣੇ ਗੁਰੂ ਕੀ ਨਗਰੀ ਵਿੱਚ ਹਮੇਸ਼ਾ ਲਈ ਟਿਕੋ, ਇਥੋਂ ਨਾ ਕਿਤੇ ਹੋਰ ਦੂਰ ਜਾਓ ਤੇ ਬੜਾ ਆਨੰਦ ਪ੍ਰਾਪਤ ਕਰੋ। ਉਹ ਪਾਇਨ ਕੋ ਲੀਜੀਏ ਹਮਾਰੇ ਪੈ ਪ੍ਰਸੀਜੀਏ। ਤੇ ਨਾਲੇ ਗੁਰਸਿੱਖ ਸੰਗਤਾਂ ਤੋਂ ਭੇਟਾ ਸਵੀਕਾਰ ਕਰੋ ਤੇ ਨਾਲੇ ਸਾਡੇ ਤੇ ਮਿਹਰਬਾਨੀ ਕਰੋ, ਸਾਡੇ ਤੇ ਖੁਸ਼ ਰਹਿਣਾ। ਸਦਨ ਸਮਾਜ ਕੋ ਸੰਭਾਰ ਕੇ ਉਤਾਰ ਕਰ। ਲੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨਾ ਵੀ ਘਰ ਦਾ ਸਾਜੋ ਸਾਮਾਨ ਸੀ ਉਹਨੂੰ ਸੰਭਾਲ ਕੇ ਐਨ ਚੰਗੀ ਤਰ੍ਹਾਂ ਨਿਗਰਾਨੀ ਦੇ ਨਾਲ ਉਸ ਨੂੰ ਲਾ ਦਿੱਤਾ। ਪਿਤਾ ਕੇ ਸਥਾਨ ਪੁਨ ਗੁਰੂ ਨੇ ਗਮਨ ਕੀਨ। ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਹੁਣ ਸ੍ਰੀ ਦਰਬਾਰ ਸਾਹਿਬ ਚਲੀਏ, ਦਰਸ਼ਨ ਮੇਲੇ ਕਰੀਏ, ਆਪਣੇ ਪਿਤਾ ਸਤਿਗੁਰੂ ਦੀ ਯਾਦ ਵਿੱਚ, ਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਯਾਦ ਵਿੱਚ ਸਰੋਵਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਦਰਬਾਰ ਸਾਹਿਬ ਦੀ ਸਿਰਜਣਾ ਹੋਈ, ਉੱਥੇ ਚਲੇ ਗਏ। ਚਰਨ ਨਗਨ ਕਰ ਗੰਗਲੇ ਉਸ਼ੰਗ ਆਨੰਦ। ਲੋ ਨਾਲ ਹੀ ਮਾਤਾ ਗੰਗਾ ਜੀ ਨੇ ਤੇ ਨਾਲ ਹੀ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਪਣੀ ਕੁਛੜ ਚੁੱਕਿਆ ਹੋਇਆ ਹੈ। ਮਾਤਾ ਗੰਗਾ ਜੀ ਨੇ ਨੰਗੇ ਪੈਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਚੱਲ ਪਏ। ਗਮਨੀ ਹੈ ਸੰਗ ਬਹੁ ਉੱਤਮ ਪ੍ਰਸਾਦ ਲੀਨ। ਲੋਕ ਕਵੀ ਜੀ ਕਹਿੰਦੇ ਨੇ ਬੜਾ ਸੋਹਣਾ ਪ੍ਰਸ਼ਾਦ ਲੈ ਕੇ, ਕਿਉਂਕਿ ਹੁਣ ਵੀ ਸੰਗਤਾਂ ਉੱਥੇ ਦੇਗ ਪ੍ਰਸ਼ਾਦ ਚੜਾਉਂਦੀਆਂ ਨੇ। ਮਾਤਾ ਗੰਗਾ ਜੀ ਨੇ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਹੋਈ ਸੀ ਤੇ ਸੋਹਣਾ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਏ। ਤਬ ਹਾਥ ਬੰਦ ਨਾ ਕਰੀ ਹੈ ਤੁਹਾਂ। ਤੇ ਹੱਥ ਜੋੜ ਕੇ ਉੱਥੇ ਪਹਿਲਾਂ ਹੀ ਹੱਥ ਜੋੜ ਕੇ ਦਰਸ਼ਨ ਡਿਉਢੀ ਤੋਂ ਬੜੇ ਅਦਬ ਸਤਿਕਾਰ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਵੱਲ ਨੂੰ ਗਏ ਨੇ ਤੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਅਰਜ ਗੁਜ਼ਾਰ ਕੈ ਪ੍ਰਸਾਦ ਕੋ ਵਰਤਾਏ ਦੀ। ਫਿਰ ਅਰਦਾਸ ਬੇਨਤੀ ਕੀਤੀ ਗਈ ਹੈ, ਹੁਕਮਨਾਮਾ ਲਿਆ ਗਿਆ ਤੇ ਫਿਰ ਉਸ ਵੇਲੇ ਕੜਾਹ ਪ੍ਰਸ਼ਾਦ ਵਰਤਾ ਦਿੱਤਾ ਗਿਆ। ਫਿਰੇ ਹੈ ਪਰਕਰਮਾ ਤੀਨ ਅਦਕ ਅਧੀਨ ਹੋਏ। ਗੁਰੂ ਮਹਾਰਾਜ ਵੀ ਤੇ ਗੁਰੂ ਦਾ ਪਰਿਵਾਰ ਵੀ ਤਿੰਨ ਪਰਕਰਮਾ ਕੀਤੀਆਂ ਨੇ ਦਰਬਾਰ ਸਾਹਿਬ ਦੀਆਂ ਅੰਦਰਲੀਆਂ, ਤੇ ਬੜੇ ਆਜਿਜ਼ ਨਿਮਾਣੇ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਵੀ ਕੀਤੀਆਂ। ਕੁਸ਼ਕ ਅਸੀਨ ਪੁਨ ਬੰਦਨ ਸੋ ਮਨ ਦੀਨ। ਤੇ ਕੁਸ਼ਕ ਸਮਾਂ ਉੱਥੇ ਬੈਠੇ ਵੀ ਨੇ, ਦਰਬਾਰ ਸਾਹਿਬ ਬੈਠ ਕੇ ਉੱਥੇ ਕੁਝ ਸਮਾਂ ਕੀਰਤਨ ਸੁਣਿਆ ਤੇ ਉੱਥੇ ਸਿਮਰਨ ਕੀਤਾ ਤੇ ਫਿਰ ਮਨ ਦੇ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਪੈਸੇ ਬਿਦ ਗੰਗ ਸੁਤ ਸੰਗ ਲੈ ਕਰਤ ਪਈ। ਲੋ ਜਿਵੇਂ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਰਜ਼ਾਦਾ ਪੂਰੀ ਕਰਦੇ ਨੇ ਤੇ ਮਾਤਾ ਗੰਗਾ ਜੀ ਵੀ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਉਸੇ ਤਰ੍ਹਾਂ ਹੀ ਮਰਜ਼ਾਦਾ ਪੂਰੀ ਕਰ ਰਹੇ ਹਨ। ਪੂਜ ਗੁਰੂ ਥਾਨ ਕੋ ਸਦਨ ਪੁਨ ਆਏ ਕੈ। ਜੋ ਗੁਰੂ ਅਸਥਾਨ ਸ੍ਰੀ ਦਰਬਾਰ ਸਾਹਿਬ ਸਤਿਗੁਰੂ ਦੀ ਪੂਜਾ ਕਰਕੇ ਸਤਿਕਾਰ ਕਰਕੇ ਮੱਥਾ ਟੇਕ ਕੇ ਕੜਾਹ ਪ੍ਰਸ਼ਾਦ ਦੀ ਦੇਗ ਚੜਾ ਕੇ ਫਿਰ ਆਪਣੇ ਘਰ ਗੁਰੂ ਕੇ ਮਹਿਲਾਂ ਵਿੱਚ ਆ ਗਏ। ਜਗਤ ਮਰਜ਼ਾਦ ਹੇਤ ਬਹਰੋ ਵਿਚਾਰਿਓ ਔਰ। ਹੁਣ ਗੁਰੂ ਮਹਾਰਾਜ ਦੇ ਵੱਡੇ ਦੋ ਭਰਾਤਾ ਇੱਥੇ ਰਹਿੰਦੇ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਬਾਬਾ ਪ੍ਰਿਥੀ ਚੰਦ ਜੀ ਤੇ ਬਾਬਾ ਮਹਾਦੇਵ ਜੀ।
ਹੁਣ ਗੁਰੂ ਮਹਾਰਾਜ ਨੇ ਮਰਜ਼ਾਦਾ ਰੱਖਣ ਵਾਸਤੇ, ਠੀਕ ਹੈ, ਭਾਵੇਂ ਪ੍ਰਿਥਵੀ ਦੇ ਮਨ ਦੇ ਵਿੱਚ ਈਰਖਾ ਵੀ ਸੀ, ਉਹ ਪਿੱਛੇ ਤੁਸੀਂ ਪ੍ਰਸੰਗ ਸੁਣ ਹੀ ਚੁੱਕੇ ਹੋ, ਗਾਂ ਵੀ ਸੁਣਨੇ ਨੇ, ਪਰ ਇਹ ਮਰਜ਼ਾਦਾ ਰੱਖਣ ਵਾਸਤੇ ਵੀ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਮਨ ਵਿੱਚ ਵਿਚਾਰ ਕੀਤੀ, ਜੇਠੋ ਹੈ ਸਹੋਦਰ ਸਮੀਪ ਮਿਲੈ ਜਾਏ ਕੈ। ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਇਹ ਪ੍ਰਿਥਵੀ ਵੀ ਸਾਡਾ ਵੱਡਾ ਭਰਾ ਹੀ ਹੈ, ਤੇ ਠੀਕ ਹੈ, ਉਹ ਜੇ ਸਾਡੇ ਪਾਸ ਨਹੀਂ ਆਉਂਦਾ, ਅਸੀਂ ਛੋਟੇ ਹਾਂ, ਉਹ ਉਮਰ ਕਰਕੇ ਦਰਾਜ ਹੈ। ਆਪ ਸਤਿਗੁਰੂ ਮਹਾਰਾਜ ਉਹਦੇ ਪਾਸ ਜਾ ਕੇ ਮਿਲੇ ਹਨ। ਮਧੁਰ ਪ੍ਰਸਾਦ ਲੀਨ ਹਿਰਦੇ ਅਹਿਲਾਦ ਹਿਤ। ਜਦੋਂ ਪ੍ਰਿਥਵੀ ਨੂੰ ਵੱਡੇ ਭਰਾ ਨੂੰ ਮਿਲਣ ਵਾਸਤੇ ਸਤਿਗੁਰੂ ਜਾਂਦੇ ਨੇ ਤੇ ਨਾਲ ਕੁਛ ਮਿੱਠਾ ਪ੍ਰਸਾਦ ਲਿਆ, ਜਿਵੇਂ ਅੱਜ ਕੱਲ੍ਹ ਕੋਈ ਆਪਾਂ ਵੀ ਬੱਚਿਆਂ ਦੇ ਵਾਸਤੇ ਕੋਈ ਫਰੂਟ, ਕੋਈ ਮਠਿਆਈ ਲੈ ਜਾਂਦਾ ਹੈ, ਇਹ ਵੀ ਇੱਕ ਪੁਰਾਣੀ ਰੀਤ ਹੈ। ਗੁਰੂ ਮਹਾਰਾਜ ਨੇ ਮਿੱਠਾ ਪ੍ਰਸਾਦ ਲਿਆ ਤੇ ਬੜੇ ਆਨੰਦ ਦੇ ਨਾਲ ਗਏ ਹਨ। ਗੋਪ ਬਾਦ ਠਾਨੇ ਨਹਿ ਐਸੇ ਚਿਤ ਲਿਆਏ ਕੈ। ਤੇ ਗੁਰੂ ਅਰਜਨ ਦੇਵ ਮਹਾਰਾਜ ਮਨ ਦੇ ਵਿੱਚ ਇਹ ਭਾਵਨਾ ਲਿਆ ਕੇ ਗਏ ਨੇ ਵੀ ਪ੍ਰਿਥਵੀ ਸਾਡੇ ਨਾਲ ਈਰਖਾ ਕਰਦਾ, ਸ਼ਰੀਕਾ ਕਰਦਾ, ਦਿਲੋਂ ਖਾਰਜ ਹੀ ਖਾਂਦਾ, ਵੀ ਇਹ ਨਾ ਕਰੇ, ਅੱਗੇ ਵਾਸਤੇ ਸਾਡੇ ਨਾਲ ਸਹੀ ਤਰੀਕੇ ਨਾਲ ਚੱਲੇ, ਅੱਛਾ ਸਲੂਕ ਕਰੇ, ਅਸੀਂ ਭਰਾਵਾਂ ਵਾਂਗੂ ਰਹੀਏ। ਇਸੇ ਲਈ ਮਰਜ਼ਾਦਾ ਰੱਖਣ ਲਈ, ਇਹਦੇ ਦਿਲੋਂ ਵੈਰ ਕੱਢਣ ਲਈ ਸਤਿਗੁਰੂ ਆਪ ਚੱਲ ਕੇ ਗਏ ਹਨ। ਚੱਲੇ ਹਰ ਖਾਏ ਕੈ ਸੋ ਦਾਸ ਸਮੁਦਾਏ ਕੈ। ਲੋ ਸਤਿਗੁਰੂ ਮਹਾਰਾਜ ਆਪ ਪ੍ਰਸੰਨ ਹੋ ਕੇ ਗਏ ਨੇ ਤੇ ਨਾਲ ਸੇਵਾਦਾਰ ਵੀ ਕੁਝ ਸਤਿਗੁਰੂ ਮਹਾਰਾਜ ਦੇ ਨਾਲ ਹੀ ਗਏ ਹਨ। ਪਾਇਨ ਉਠਾਏ ਕੇ ਜਠਾਈ ਤਾਰ ਖਾਏ ਕੈ। ਤੇ ਕੁਝ ਭੇਟਾ ਵੀ ਵੱਡਾ ਜਾਣ ਕੇ ਤੇ ਕੁਝ ਭੇਟਾ ਵੀ ਉਹਨੂੰ ਅਰਪਣ ਕੀਤੀ। ਉਹ ਭੇਟਾ ਚੁੱਕ ਕੇ ਦਾਸ ਨਾਲ ਗਏ ਨੇ ਤੇ ਗੁਰੂ ਮਹਾਰਾਜ ਨੇ ਵੱਡਿਆਂ ਦੀ ਵਡਿਆਈ, ਉਹਨਾਂ ਦਾ ਸਤਿਕਾਰ ਕਿਵੇਂ ਕਰਨਾ, ਇਹ ਸਾਨੂੰ ਸਿਖਾ ਰਹੇ ਹਨ। ਪ੍ਰਿਥਵੀ ਕੇ ਪਾਸ ਜਾਏ ਬੰਧਨ ਕਰੀ ਹੈ ਪਾਏ। ਲੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੱਡੇ ਭਰਾ ਪ੍ਰਿਥਵੀ ਦੇ ਕੋਲ ਜਾ ਕੇ ਤੇ ਸਤਿਗੁਰੂ ਮਹਾਰਾਜ ਨੇ ਉਹਦੇ ਆਪ ਜਾ ਕੇ ਪੈਰਾਂ ਤੇ ਨਮਸਕਾਰ ਕੀਤੀ। ਆਇਸ ਕੋ ਪਾਏ ਬੈਠੇ ਅਰਾਖ ਕੈ ਜਠਾਈ ਕੋ। ਫਿਰ ਪ੍ਰਿਥਵੀ ਨੇ ਵੀ ਕਹਿ ਦਿੱਤਾ ਵੀ ਆਓ ਜੀ ਤੁਸੀਂ ਵੀ ਬੈਠੋ। ਹੁਣ ਆਇਆਂ ਨੂੰ ਤਾਂ ਮਾੜਾ ਮੋਟਾ ਜੀਉ ਆਇਆ ਕਹਿਣਾ ਪੈਂਦਾ ਨਾ, ਤੇ ਇਉਂ ਆਗਾ ਪਾ ਕੇ ਪਹਿਲਾਂ ਨਹੀਂ, ਜਦੋਂ ਪ੍ਰਿਥਵੀ ਨੇ ਕਹਿਤਾ ਨਾ ਜੀ ਆਓ ਬੈਠੋ, ਉਹਦੀ ਆਗਿਆ ਲੈ ਕੇ ਬੈਠੇ ਨੇ ਤੇ ਇਸ ਤਰ੍ਹਾਂ ਵਡਿਆਈ ਰੱਖੀ ਹੈ। ਗੰਗਾ ਮ੍ਰਿਦ ਬਾਣੀ ਬੋਲ ਮਿਲੀ ਹੈ ਜਠਾਣੀ ਸਾਥ। ਤੇ ਮਾਤਾ ਗੰਗਾ ਜੀ ਵੀ ਜਿਹੜੀ ਜਠਾਣੀ ਬੀਬੀ ਕਰਮੋਂ ਸੀ, ਪ੍ਰਿਥਵੀ ਦੇ ਘਰ ਵਾਲੀ ਬੀਬੀ, ਉਹਨੂੰ ਬਹੁਤ ਮਿੱਠੇ ਪਿਆਰੇ ਬਚਨ ਕਹਿ ਕੇ ਉਹਨੂੰ ਮਿਲੀ ਹੈ। ਏਕਿਓ ਮਾਥ ਆਨੰਦ ਕੋ ਲਗਾਏ ਤਿਸ ਭਾਈ ਕੋ। ਤੇ ਉਹਨੂੰ ਵੱਡੇ ਥਾਂ ਜਾਣ ਕੇ ਮਾਤਾ ਗੰਗਾ ਜੀ ਨੇ ਵੀ ਬੀਬੀ ਕਰਮ ਨੂੰ ਮੱਥਾ ਟੇਕਿਆ ਤੇ ਨਾਲ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਹਨਾਂ ਦੇ ਚਰਨਾਂ 'ਤੇ ਪਾਇਆ। ਲੋ ਇਹ ਤੁਹਾਡਾ ਹੀ ਬੱਚਾ, ਤੁਹਾਡਾ ਹੀ ਪੁੱਤਰ ਹੈ। ਕਰਮੋ ਨਿਹਾਰ ਕਰ ਸੁੰਦਰ ਲਲਾਰ ਮਹਾ। ਲੋ ਜਦੋਂ ਕਰਮੋ ਨੇ ਮੀਰੀ ਪੀਰੀ ਦੇ ਮਾਲਕ ਦਾ ਬੜਾ ਸੋਹਣਾ ਚਿਹਰਾ ਤੇ ਚੌੜਾ ਮੱਥਾ ਵੇਖਿਆ ਤੇ ਨੂਰ ਦੇ ਨਾਲ ਭਰਿਆ ਹੋਇਆ ਸੀ। ਦੀਰਘ ਦਰਸ ਭਲੇ ਭਾਗ ਵਡਿਆਈ ਕੋ। ਤੇ ਗੁਰੂ ਮਹਾਰਾਜ ਦਾ ਬੜਾ ਪ੍ਰਭਾਵਸ਼ਾਲੀ ਦੀਦਾਰ ਸੀ। ਬਾਲ ਅਵਸਥਾ ਦੇ ਵਿੱਚ ਬਹੁਤ ਭਾਗਾਂ ਵਾਲਾ ਤੇ ਵਡਿਆਈ ਵਾਲਾ ਸਾਹਿਬਜ਼ਾਦੇ ਨੂੰ ਸਮਝਿਆ। ਟੂਕ ਟੂਕ ਕਰਦਾ ਪਇਓ ਜਲ ਬਲ ਸ਼ਾਰ ਥਿਓ। ਪਰ ਵੇਖੋ ਉਤੋਂ ਤਾਂ ਇਹਨਾਂ ਨੇ ਦਿਖਾਵਾ ਕੀਤਾ ਤੇ ਸਤਿਕਾਰ ਵੀ ਕੀਤਾ, ਬਿਠਾਇਆ ਵੀ ਹੈ, ਪਰ ਅੰਦਰੋਂ ਇਹਨਾਂ ਦਾ ਜਿਹੜਾ ਦਿਲ ਸੀ ਨਾ ਟੁਕੜੇ ਟੁਕੜੇ ਹੋ ਗਿਆ, ਚਕਨਾ ਚੂਰ ਹੋ ਗਿਆ ਤੇ ਸੜ ਬਲ ਕੇ ਸੁਆਹ ਬਣ ਗਿਆ ਹੈ। ਪਰ ਕਪਟ ਕੀਓ ਦੁੱਧ ਵੇਖੇ ਨਿਆਈ ਕੋ। ਉਤੋਂ ਕਪਟ ਦੇ ਨਾਲ ਤੇ ਮਿੱਠਾ ਬੋਲਦੇ ਨੇ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਕੋਈ ਦੁੱਧ ਦਾ ਘੜਾ ਭਰਿਆ ਹੋਵੇ, ਉਹਦੇ ਉੱਤੇ ਕੋਈ ਜ਼ਹਿਰ ਪਾ ਦਿੱਤੀ ਜਾਵੇ, ਤੇ ਇਸੇ ਤਰ੍ਹਾਂ ਅੰਦਰ ਤੇ ਇਹਨਾਂ ਦੇ ਜ਼ਹਿਰ ਹੈ ਤੇ ਉਤੋਂ ਮਿੱਠਾ ਬੋਲ ਬੋਲ ਕੇ ਗੁਰੂ ਮਹਾਰਾਜ ਨੂੰ ਦਿਖਾਉਂਦੇ ਹਨ। ਆਸ਼ਿਕ ਕਹਿਤ ਚਰਨਜੀਵ ਸੁਤ ਹੋਏ ਤੋਹੇ। ਲੋ ਇਹ ਬੀਬੀ ਕਰਮੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਤਲੇ ਮਨੋਂ ਅਸੀਸ ਦਿੰਦੀ ਹੈ ਵੀ ਤੁਹਾਡਾ ਪੁੱਤਰ
ਚਿਰੰਜੀਵੀ ਹੋਵੇ, ਲੰਬੀ ਉਮਰ ਵਾਲਾ ਹੋਵੇ। ਕੁਸ਼ਲ ਪ੍ਰਸ਼ਨ ਕਰ ਗੋਦ ਮੈਂ ਬਿਠਾਇਓ ਹੈ। ਫਿਰ ਸੁਖ ਸੰਦ ਪੁੱਛੀਆ ਮਾਤਾ ਗੰਗਾ ਜੀ ਨੂੰ ਤੇ ਆਪਣੀ ਗੋਦ ਵਿੱਚ ਵੀ ਬਿਠਾ ਲਿਆ ਹੈ। ਇਤਨੇ ਮੈਂ ਸਤਿਗੁਰ ਦਾਸ ਕੋ ਪਠਾਇਓ ਤਹਾਂ। ਇੰਨੇ ਸਮੇਂ ਦੇ ਅੰਦਰ ਹੀ ਜਦੋਂ ਮਾਤਾ ਗੰਗਾ ਜੀ ਬੀਬੀ ਕਰਮ ਨੂੰ ਮਿਲੇ ਨੇ ਤੇ ਉਧਰ ਗੁਰੂ ਮਹਾਰਾਜ ਪ੍ਰਿਥਵੀ ਨੂੰ ਮਿਲੇ ਨੇ ਤੇ ਗੁਰੂ ਮਹਾਰਾਜ ਨੇ ਇੱਕ ਸੇਵਾਦਾਰ ਭੇਜ ਦਿੱਤਾ। ਲਿਆਏ ਕਰ ਪ੍ਰਿਥਵੀ ਕੇ ਪਾਏ ਪਰ ਪਾਇਓ ਹੈ। ਉਹ ਸੇਵਾਦਾਰ ਨੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੁੱਕ ਕੇ ਲੈ ਆਂਦਾ ਤੇ ਪ੍ਰਿਥਵੀ ਦੇ ਚਰਨੀ ਪਾ ਦਿੱਤਾ। ਆਪ ਕੀ ਕਿਰਪਾ ਤੇ ਜੈਸੇ ਕਿਰਪਨ ਰਹੇ ਸੋ ਧਨ। ਲੋ ਸਤਿਗੁਰੂ ਕਿਵੇਂ ਮਾਣ ਦਿੰਦੇ ਨੇ ਵੱਡੇ ਭਰਾ ਨੂੰ। ਦੇਖੋ ਤੁਹਾਡੀ ਕਿਰਪਾ ਦੇ ਨਾਲ ਸਾਨੂੰ ਇਹ ਸਾਹਿਬਜ਼ਾਦਾ ਮਿਲਿਆ। ਜਿਵੇਂ ਕਿਸੇ ਸੂਮ ਕੰਜੂਸ ਆਦਮੀ ਨੂੰ ਧਨ ਮਿਲ ਜਾਵੇ ਉਹ ਬੜਾ ਪ੍ਰਸੰਨ ਹੁੰਦਾ ਹੈ। ਵੈਸੇ ਹੀ ਇਹ ਨੰਦਨ ਸਦਨ ਮੈਂ ਸੁਹਾਇਓ ਹੈ। ਇਸੇ ਤਰ੍ਹਾਂ ਇਹ ਸਾਹਿਬਜ਼ਾਦਾ ਇਹ ਸਾਡਾ ਸਪੁੱਤਰ ਸਾਡੇ ਘਰ ਵਿੱਚ ਆਇਆ ਤੇ ਘਰ ਦੇ ਵਿੱਚ ਰੌਣਕਾਂ ਵੱਧ ਗਈਆਂ ਹਨ। ਜਾਨੋ ਨਿਜ ਦਾਸ ਕੀ ਜੈ ਆਸ਼ਿਖਾ ਪ੍ਰਕਾਸ਼ ਸ਼ੁਭ। ਇਹ ਜਿਹੜਾ ਸਾਡਾ ਸਾਹਿਬਜ਼ਾਦਾ ਤੁਹਾਡਾ ਤੇ ਦਾਸ ਹੈ, ਤੁਹਾਡਾ ਤੇ ਸੇਵਾਦਾਰੀ ਹੈ ਤੇ ਤੁਸੀਂ ਇਹਨੂੰ ਕੋਈ ਚੰਗੀ ਆਸ਼ੀਰਵਾਦ ਦੇ ਦਿਓ। ਉਮਰ ਵਿਸਾਲ ਹੋਏ ਜੈਸੇ ਜਨਮ ਆਇਓ ਹੈ। ਉਹ ਜਿਵੇਂ ਲੰਬੀ ਉਮਰ ਦੇ ਵਿੱਚ ਜਾ ਕੇ ਦੇਰ ਬਾਅਦ ਇਹਨਾਂ ਨੇ ਅਵਤਾਰ ਧਾਰਿਆ ਹੈ, ਗੁਰੂ ਘਰ ਵਿੱਚ ਸਾਹਿਬਜ਼ਾਦਾ ਆਏ ਨੇ ਤੇ ਤੁਸੀਂ ਇਹਨਾਂ ਨੂੰ ਇਹ ਸ਼ੁਭ ਕਾਮਨਾ ਤੇ ਸ਼ੁਭ ਆਸੀਸ ਦਿਓ, ਇਹਨਾਂ ਦੀ ਉਮਰ ਦਰਾਜ ਹੋਵੇ। ਦੇਖਤ ਬਿਸਮ ਗਇਓ ਹਿਰਦੇ ਮਹਾਗਮ ਭਇਓ। ਜਦੋਂ ਬਾਲ ਅਵਸਥਾ ਵਿੱਚ ਮੀਰੀ ਪੀਰੇ ਦੇ ਮਾਲਕ ਦਾ ਪ੍ਰਭਾਵਸ਼ਾਲੀ ਚਿਹਰਾ ਤੱਕਿਆ ਨਾ, ਪ੍ਰਿਥਵੀ ਵੇਖ ਕੇ ਹੈਰਾਨ ਹੋ ਗਿਆ ਵੀ ਇੰਨਾ ਨੂਰ, ਇੰਨਾ ਜਾਹੋ ਜਲਾਲ ਛੋਟੀ ਉਮਰ ਦੇ ਵਿੱਚ ਹੀ। ਇਹਦੇ ਮਨ ਦੇ ਵਿੱਚ ਬੜਾ ਗਮ ਜਿਹਾ ਤੌਖਲਾ ਜਿਹਾ ਪੈਦਾ ਹੋ ਗਿਆ। ਵਧਿਓ ਮਨ ਕੰਮ ਥਿਓ ਸੁੰਦਰ ਸੁਨੰਦ ਜਾਨ। ਤੇ ਗੁਰੂ ਮਹਾਰਾਜ ਦਾ ਪ੍ਰਭਾਵਸ਼ਾਲੀ ਸਾਹਿਬਜ਼ਾਦਾ ਜਾਣ ਕੇ ਤੇ ਇਹਦਾ ਮਨ ਜਿਹੜਾ ਸੀ ਨਾ ਥੋੜਾ ਹੋ ਗਿਆ, ਦਿਲ ਘਟਣ ਲੱਗ ਪਿਆ। ਮਾਤਰੋ ਬਚਨ ਕਹਿਓ ਹੋਵੇ ਚਰੰਜੀਵ ਬਾਲ। ਉਤੋਂ ਕਹਿੰਦਾ ਮਿੱਠੇ ਬਚਨ ਕਹਿੰਦਾ ਤੁਹਾਡਾ ਇਹ ਫਰਜ਼ਾਨ ਤੁਹਾਡਾ ਸਾਹਿਬਜ਼ਾਦਾ ਲੰਬੀ ਉਮਰ ਵਾਲਾ ਹੋਵੇ। ਆਰ ਬਲਾ ਅਦਕ ਆਨੰਦ ਕੋ ਬਿਲੰਦ ਠਾਨ। ਤੇ ਬਹੁਤ ਹੀ ਲੰਬੀ ਉਮਰ ਭੋਗੇ ਤੇ ਬੜਾ ਆਨੰਦ ਵੀ ਪ੍ਰਾਪਤ ਕਰੇ। ਮੋਰ ਜਿਮ ਬਾਕੇ ਆਛੇ ਜੀਵਨ ਕੋ ਭਛ ਕਾਸ਼ੇ। ਲੋਕ ਕਵੀ ਜੀ ਕਹਿੰਦੇ ਨੇ ਪ੍ਰਿਥਵੀ ਦੀ ਹਾਲਤ ਮੋਰ ਵਰਗੀ ਹੈ। ਮੋਰ ਦੀ ਆਵਾਜ਼ ਬੋਲ ਤਾਂ ਬੜੇ ਸੁੰਦਰ ਹੁੰਦੇ ਨੇ ਪਰ ਉਹ ਮੋਰ ਜੀਵਾਂ ਨੂੰ ਕੀੜੇ ਮਕੌੜਿਆਂ ਨੂੰ ਪਕੜ ਪਕੜ ਕੇ ਖਾਈ ਜਾਂਦਾ ਹੈ। ਇਹ ਸੁਭਾ ਪ੍ਰਿਥਵੀ ਦਾ ਹੈ। ਬੰਚਕ ਜੋ ਕਹੇ ਕਸ਼ ਰਾਖੇ ਕੋਸ਼ਰੇ ਦੇ ਆ। ਜਿਵੇਂ ਕਈ ਲੋਕ ਠੱਗੀਆਂ ਮਾਰਦੇ ਨੇ, ਠੱਗ ਲੋਕ ਉਤੋਂ ਤੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ, ਬੰਦੇ ਦੇ ਅੰਦਰ ਵੜ ਜਾਂਦੇ ਨੇ, ਅਗਲੇ ਦਾ ਮਨ ਮੋਹ ਲੈਂਦੇ ਨੇ। ਫਿਰ ਜਦੋਂ ਠੱਗੀ ਵੱਜਦੀ ਹੈ ਤੇ ਫਿਰ ਉਸੇ ਵੇਲੇ ਬਸ ਫਿਰ ਅੱਖਾਂ ਫੇਰ ਜਾਂਦੇ ਨੇ। ਇਸੇ ਤਰ੍ਹਾਂ ਪ੍ਰਿਥਵੀ ਦੇ ਅੰਦਰ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਹੈ। ਘਟੇ ਮੁਖ ਦੂਧ ਧਰੇ ਪੇਟ ਬਿਖ ਸੰਗ ਭਰੇ। ਲੋਕ ਕਹਿੰਦੇ ਨੇ ਵੀ ਜਿਵੇਂ ਘੜੇ ਦੇ ਮੂੰਹ ਤੇ ਦੁੱਧ ਪਾ ਕੇ ਰੱਖਿਆ ਹੋਵੇ ਵਿੱਚ ਜ਼ਹਿਰ ਭਰੀ ਹੋਵੇ, ਇਸੇ ਤਰ੍ਹਾਂ ਪ੍ਰਿਥਵੀ ਦੇ ਅੰਦਰ ਤੇ ਈਰਖਾ ਹੈ, ਦੁਆਸ਼ ਹੈ, ਵੈਰ ਭਾਵਨਾ ਜੁੜੀ ਹੋਈ ਹੈ ਤੇ ਉਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ। ਤੈਸੋ ਸੋ ਕਰਮ ਕਰੇ ਸੰਕਟ ਮਹਾਨ ਮਾਨ। ਇਸੇ ਤਰ੍ਹਾਂ ਬੀਬੀ ਕਰਮੋਂ ਤੇ ਪ੍ਰਿਥਵੀ ਦਿਖਾਵਾ ਕਰ ਰਹੇ ਨੇ, ਦਿਖਾਵੇ ਦਾ ਕੰਮ ਕਰ ਰਹੇ ਨੇ ਤੇ ਅੰਦਰ ਬੜੇ ਦੁਖੀ ਹੋ ਰਹੇ ਹਨ। ਸੰਮਤ ਕਿਤ ਕੋ ਆਨੰਦ ਸੰਗ ਭਇਓ ਆਨੰਦ। ਤੇ ਪ੍ਰਿਥਵੀ ਨੇ ਉੱਪਰੋਂ ਪੁੱਛਿਆ, ਕਹਿਣ ਲੱਗਾ ਵੀ ਸੁਖ ਨਾਲ ਇਹ ਦੱਸੋ ਹੁਣ ਤੁਹਾਡਾ ਸਾਹਿਬਜ਼ਾਦਾ ਕਿੰਨੇ ਸਾਲ ਦਾ ਹੋ ਗਿਆ? ਗੁਰੂ ਤਬ ਕਹਿਓ ਅਬ ਤੀਸਰੇ ਬਰਸ ਕੋ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬਾਬਾ ਜੀ ਪ੍ਰਿਥੀ ਚੰਦ ਨੂੰ ਭਰਾਤਾ ਜੀ ਇਹ ਹੁਣ ਤੀਜੇ ਸਾਲ ਦੇ ਵਿੱਚ ਹੈ। ਕੁਸ਼ਲ ਪ੍ਰਸ਼ਨ ਦੋ ਦੇਸ਼ ਤੇ ਸਗਲ ਕਹੀ। ਦੋਹਾਂ ਪਾਸਿਆਂ ਤੋਂ ਸੁਖ ਸੰਗ ਪੁੱਛੀ ਹੈ, ਕੁਛ ਵਿਚਾਰਾਂ ਹੋਈਆਂ ਨੇ, ਕੋਈ ਪਰਿਵਾਰ ਦਾ ਦੁੱਖ ਸੁੱਖ ਸਾਂਝਾ ਕੀਤਾ ਗਿਆ। ਕੋ ਘਟੀ ਬੈਠੇ ਸਿਸ ਆਂਗਨ ਕੇ ਪਰਸ ਕੋ। ਤੇ ਕੁਝ ਘੜੀਆਂ ਗੁਰੂ ਮਹਾਰਾਜ ਪ੍ਰਿਥੀ ਚੰਦ ਕੋਲ ਬੈਠੇ ਨੇ, ਵੱਡੇ ਭਰਾਤਾ ਦੇ ਕੋਲ, ਤੇ ਨਾਲ ਹੀ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੇ ਉਹਨਾਂ ਦੇ
ਕੋਮਲ ਜੀ ਅੰਗਾਂ ਨੂੰ ਉਹ ਸਪਰਸ਼ ਕਰਦੇ ਨੇ, ਹੱਥ ਲਾਉਂਦੇ ਨੇ, ਬੱਚਿਆਂ ਨੂੰ ਲਾਡ ਲੜਾਈ ਦਾ ਹੈ। ਸ੍ਰੀ ਹਰਿ ਗੋਬਿੰਦ ਸੰਗ ਆਪਲੇ ਉਠਤ ਭਏ। ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਲੈ ਕੇ ਉੱਠ ਪਏ। ਗਮਨੇ ਬਹੁਰ ਮਹਾਦੇਵ ਕੇ ਦਰਸ ਕੋ। ਹੁਣ ਦੂਜੇ ਭਰਾਤਾ ਦਾ ਨਾਮ ਸੀ ਮਹਾਦੇਵ। ਹੁਣ ਉਹਨੂੰ ਮਿਲਣ ਵਾਸਤੇ ਸਤਿਗੁਰੂ ਚੱਲ ਪਏ ਨੇ ਵੀ ਹੁਣ ਮਹਾਦੇਵ ਜੀ ਨੂੰ ਮਿਲ ਲਈਏ ਕਿਉਂਕਿ ਪਹਿਲਾਂ ਪ੍ਰਿਥੀਆ ਵੱਡਾ ਸੀ, ਪਹਿਲਾਂ ਇਹਨੂੰ ਮਿਲੇ ਨੇ, ਹੁਣ ਦੂਸਰੇ ਭਰਾਤਾ ਨੂੰ ਮਿਲਣ ਵਾਸਤੇ ਤਿਆਰੀ ਕਰ ਲਈ। ਸਦਨ ਪ੍ਰਵੇਸ਼ ਕੀਨ ਪਾਇਨ ਪ੍ਰਣਾਮ ਠਾਨ। ਲੋ ਗੁਰੂ ਅਰਜਨ ਦੇਵ ਮਹਾਰਾਜ ਹੁਣ ਮਹਾਦੇਵ ਜੀ ਦੇ ਘਰ ਵਿੱਚ ਪ੍ਰਵੇਸ਼ ਹੋਏ ਨੇ ਤੇ ਜਾ ਕੇ ਚਰਨਾਂ ਤੇ ਨਮਸਕਾਰ ਕੀਤੀ। ਮਿਲ ਕੇ ਪਰਸਪਰ ਧਾਰਤ ਹਰਸ਼ ਕੋ। ਦੋਵੇਂ ਭਰਾ ਮਿਲ ਕੇ ਹੁਣ ਮਹਾਦੇਵ ਦੇ ਮਨ ਦੇ ਵਿੱਚ ਈਰਖਾ ਨਹੀਂ ਸੀ, ਇਹ ਨਿਰਸ਼ਲ ਸੀ, ਨਿਸ਼ਕਪਟ ਸੀ, ਸ਼ੁੱਧ ਹਿਰਦਾ ਸੀ ਤੇ ਇਹ ਦੋਵੇਂ ਭਰਾ ਆਪਸ ਵਿੱਚ ਮਿਲ ਕੇ ਬਹੁਤ ਪ੍ਰਸੰਨ ਹੋਏ ਹਨ। ਸ੍ਰੀ ਹਰਿ ਗੋਬਿੰਦ ਆਨੰਦ ਪਾਇਓ ਚਰਨਾਰ ਬਿੰਦ। ਲੋਕ ਕਵੀ ਜੀ ਕਹਿੰਦੇ ਨੇ ਸਤਿਗੁਰੂ ਮਹਾਰਾਜ ਨੇ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੀ ਮਹਾਦੇਵ ਦੇ ਚਰਨੀ ਪਾਇਆ। ਤੂੰ ਵੀ ਕਹਿੰਦੇ ਚਰਨਾਂ ਤੇ ਮੱਥਾ ਟੇਕ। ਦੇਖਤ ਉਠਾਇਓ ਮਹਾਦੇਵ ਲੀਨ ਗੋਦ ਮੈਂ। ਤੇ ਮਹਾਦੇਵ ਨੇ ਸਾਹਿਬਜ਼ਾਦੇ ਨੂੰ ਵੇਖ ਕੇ ਚੁੱਕ ਲਿਆ ਹੈ ਤੇ ਆਪਣੀ ਗੋਦ ਵਿੱਚ ਬਿਠਾ ਲਿਆ ਤੇ ਬਹੁਤ ਖੁਸ਼ ਹੋਇਆ ਹੈ। ਸੂੰਗਤ ਲਲਾਰ ਕੋ ਦੁਲਾਰ ਤੇ ਉਚਾਰ ਬਾਚ। ਮੱਥੇ ਨੂੰ ਸੁੰਘਦਾ ਹੈ ਤੇ ਬੜੇ ਪਿਆਰ ਦੇ ਬਚਨ ਕਹਿ ਕੇ ਲਾਡ ਲਡਾਉਂਦਾ ਹੈ। ਉਹੇ ਮਹਾਜੋਦਾ ਚਰੰਜੀਵੀ ਰਹੋ ਮੋਦ ਮੈਂ। ਅੰਗ ਪੈਰ ਹੱਥ ਪੈਰ ਵੇਖ ਕੇ ਨਾ ਖੁੱਲੇ, ਕਹਿੰਦਾ ਬੜੇ ਭਾਰੇ ਸੂਰਬੀਰ ਯੋਧੇ ਹੋਣਗੇ, ਵਡ ਯੋਧਾ ਪਰਉਪਕਾਰੀ ਤੇ ਚਰੰਜੀਵੀ ਹੋਣ। ਤੇ ਬੜੇ ਆਨੰਦ ਦੇ ਨਾਲ ਮਹਾਦੇਵ ਜੀ ਇਉਂ ਸਾਹਿਬਜ਼ਾਦੇ ਨੂੰ ਆਸੀਸ ਦੇ ਰਹੇ ਹਨ। ਬੰਸ ਕੋ ਬੈਭੂਖਨ ਅਦੂਖਨ ਹਵੈ ਪੂਖਨ ਸੋ। ਇਹ ਤੇ ਸੋਢੀ ਬੰਸ ਦਾ ਗਹਿਣਾ ਹੈ ਤੇ ਨਾਲ ਹੀ ਕਹਿੰਦਾ ਵੀ ਇਹ ਤੇ ਨਿਸ਼ਕਲੰਕ, ਜਿਵੇਂ ਸੂਰਜ ਹੁੰਦਾ ਹੈ, ਸੂਰਜ ਵਾਂਗੂ ਇਹਨਾਂ ਦਾ ਤੇਜ ਪ੍ਰਤਾਪ ਹੋਵੇਗਾ। ਕੱਟੇ ਕੋ ਕਲੂਖਨ ਸਸੂਰ ਹੈ ਕਹੂੰ ਚੋ ਕੋਦ ਮੈਂ। ਤੇ ਕਟਾਗਾ ਕਲੂਖਨ ਤੇ ਬੜੇ ਬੜੇ ਪਾਪਾਂ ਨੂੰ ਇਹ ਨਾਸ਼ ਕਰੇਗਾ ਤੇ ਸਸਰੂਖਾ ਚਹੂੰ ਕੋਦ ਮੈਂ। ਤੇ ਚਾਰੇ ਦਿਸ਼ਾ ਦੇ ਵਿੱਚ ਇਹਦੀ ਸੇਵਾ ਟਹਿਲ ਭਗਤੀ ਹੋਵੇਗੀ। ਬੜੋ ਹੈ ਢੀਲ ਤੈਸੇ ਸੁੰਦਰ ਸੁਸ਼ੀਲ ਬਹੁ। ਤੇ ਇਹਨਾਂ ਦਾ ਕੱਦ ਕਾਠ ਵੀ ਬਹੁਤ ਵੱਡਾ ਹੋਵੇਗਾ ਤੇ ਸੁਭਾਅ ਬੜਾ ਸੁੰਦਰ ਤੇ ਸੁਸ਼ੀਲ ਹੋਵੇਗਾ ਤੇ ਬੜਾ ਸ੍ਰੇਸ਼ਟ ਜਸ ਵੀ ਪ੍ਰਾਪਤ ਕਰਨਗੇ। ਸੋ ਜਸ ਪਸਾਰੇ ਤੇ ਬਿਤਾਏ ਬੈ ਬਿਨੋਦ ਮੈਂ। ਤੇ ਫਿਰ ਬੜੇ ਆਨੰਦ ਦੇ ਵਿੱਚ ਸਾਰੀ ਆਪਣੀ ਉਮਰ ਬਤੀਤ ਕਰਨਗੇ। ਇਉਂ ਮਹਾਦੇਵ ਜੀ ਨੇ ਪ੍ਰਸੰਨ ਹੋ ਕੇ ਸਾਹਿਬਜ਼ਾਦੇ ਨੂੰ ਆਸੀਸ ਦਿੱਤੀ ਹੈ। ਹਿਮ ਕਹਿ ਮਹਾ ਪ੍ਰਮੋਦ ਕਰ ਮਹਾਦੇਵ ਧਾਰ ਪ੍ਰੀਤ। ਇਉਂ ਬੜਾ ਆਨੰਦ ਧਾਰਨ ਕਰਕੇ ਮਹਾਦੇਵ ਜੀ ਨੇ ਮਨ ਦੇ ਵਿੱਚ ਪ੍ਰੀਤ ਸੱਚਾ ਪਿਆਰ ਧਾਰਨ ਕਰਕੇ ਬਚਨ ਆਖੇ। ਗਰਭ ਨਿਸ਼ਾਵਰ ਬਹੁ ਕੀਓ ਨਿਜ ਸੁਤ ਸਮ ਲਖ ਚੀਤ। ਕਵੀ ਜੀ ਕਹਿੰਦੇ ਨੇ ਮਹਾਦੇਵ ਜੀ ਨੇ ਵੀ ਸਾਹਿਬਜ਼ਾਦੇ ਤੋਂ ਬਹੁਤ ਸਾਰਾ ਧਨ ਵੀ ਵਾਰਿਆ ਤੇ ਆਪਣਾ ਪੁੱਤਰ ਸਮਝ ਕੇ ਚਿੱਤ ਵਿੱਚ ਬੜਾ ਸਤਿਕਾਰ ਕੀਤਾ, ਪਿਆਰ ਕੀਤਾ, ਸਤਿਕਾਰ ਦਿੱਤਾ ਹੈ। ਸ੍ਰੀ ਗੁਰੂ ਉਚਾਰੀ ਭਈ ਕਰੁਣਾ ਤੁਮਾਰੀ ਭਾਰੀ। ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਪ੍ਰਸੰਨ ਹੋ ਕੇ ਵੱਡੇ ਭਰਾਤਾ ਦਾ ਸਨਮਾਨ ਕਰਦਿਆਂ ਹੋਏ ਕਿਹਾ ਵੀ ਇਹ ਸਾਰੀ ਤੁਹਾਡੀ ਹੀ ਕਿਰਪਾ ਹੋਈ ਹੈ। ਜਾਂ ਤੇ ਸੁਖਕਾਰੀ ਸੁਤ ਕਾਂਖ ਤਕੋ ਦੀਨੀਓ। ਲੋ ਸਾਨੂੰ ਸਾਡੀ ਲੋੜ ਸੀ, ਸਾਡੇ ਮਨ ਦੇ ਵਿੱਚ ਇੱਛਾ ਸੀ ਤੇ ਬਹੁਤ ਸੁਖ ਦੇਣ ਵਾਲਾ ਸਾਹਿਬਜ਼ਾਦਾ ਇਹ ਤੁਸਾਂ ਹੀ ਬਖਸ਼ਿਸ਼ ਕੀਤਾ ਹੈ। ਆਪ ਹਵੈ ਸਹਾਈ ਲੀਨ ਦੁੱਖ ਤੇ ਬਚਾਈ ਨਿਤ। ਤੇ ਫਿਰ ਵਿਘਨ ਵੀ ਪਏ, ਹਮਲੇ ਵੀ ਹੋਏ, ਐਕਸੀਡੈਂਟ ਵੀ ਹੋਏ, ਆਪ ਸਹਾਈ ਹੋ ਕੇ ਤੁਸੀਂ ਬਚਾ ਲਿਆ ਸਾਹਿਬਜ਼ਾਦੇ ਨੂੰ। ਵਿਘਨ ਵਿਨਾਸ਼ ਕੈ ਪ੍ਰਬਲ ਕੀਨ ਹਨਿਓ। ਤੇ ਜਿਹੜੇ ਬੜੇ ਪ੍ਰਬਲ ਵਿਘਨ ਪੈਣ ਲੱਗੇ ਸਨ ਤੇ ਉਹਨਾਂ ਨੂੰ ਤੁਸਾਂ ਹੀ ਨਾਸ਼ ਕੀਤਾ। ਤੁਹਾਡੀ ਕਿਰਪਾ ਦੇ ਨਾਲ ਹੀ ਸਾਰੇ ਵਿਘਨ ਤੇ ਦੁੱਖ ਕਲੇਸ਼ ਨਾਸ਼ ਹੋਏ ਹਨ। ਮਹਾਦੇਵ ਕਹਿਓ ਪਿਤਾ ਸਤਿਗੁਰੂ ਹਮਾਰੇ ਜੋਏ। ਮਹਾਦੇਵ ਜੀ ਨੇ ਅੱਗੋਂ ਵੱਡੇ ਸਤਿਗੁਰੂ ਦਾ, ਪਿਤਾ ਸਤਿਗੁਰੂ ਦਾ ਸਤਿਕਾਰ ਕਰਦਿਆਂ ਹੋਇਆਂ ਆਖਿਆ। ਮਹਾਦੇਵ ਕਹਿੰਦਾ ਦੇਖੋ ਜਿਹੜੇ ਸਾਡੇ ਪਿਤਾ ਗੁਰਦੇਵ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਹੋਏ ਹਨ। ਤਿਨ ਕੀ ਕਿਰਪਾ ਤੇ ਐਸੋ ਪਦ ਮਹਲੀਨੀਓ। ਉਹਨਾਂ ਦੀ ਤੁਸੀਂ ਸੇਵਾ ਕੀਤੀ, ਉਹਨਾਂ ਦੀ ਪ੍ਰਸੰਨਤਾ ਪ੍ਰਾਪਤ ਕੀਤੀ, ਉਹਨਾਂ ਦੀ ਕਿਰਪਾ ਦੇ ਨਾਲ ਹੀ
ਤੁਸੀਂ ਉੱਚਾ ਪਦ ਉੱਚਾ ਮਰਾਤਬਾ ਗੁਰਤਾ ਗੱਦੀ ਦਾ ਪ੍ਰਾਪਤ ਕਰ ਲਿਆ ਹੈ। ਸੋਈ ਹਵੈ ਸਹਾਏ ਨਿਜ ਪਿਆਰੇ ਕੋ ਬਚਾਏ ਲੇਤ। ਇਹ ਗੁਰਮੁਖਾਂ ਵਾਲੀ ਗੱਲ। ਗੁਰੂ ਮਹਾਰਾਜ ਜੀ ਦਾ ਕਿ ਤੁਹਾਡੀ ਕਿਰਪਾ ਦੇ ਨਾਲ ਸਾਰਾ ਕੁਝ ਹੋਇਆ। ਜਿਵੇਂ ਆਪਾਂ ਕਹਿ ਦਿੰਦੇ ਹਾਂ ਵੱਡਿਆਂ ਦਾ ਸਤਿਕਾਰ ਕਰਦੇ ਹਾਂ, ਪਰ ਮਹਾਦੇਵ ਜੀ ਕਹਿਣ ਲੱਗੇ ਨਹੀਂ, ਇਹ ਸਾਡੇ ਪਿਤਾ ਗੁਰਦੇਵ ਸੋਢੀ ਸੁਲਤਾਨ ਸਤਿਗੁਰੂ ਨੇ ਕਿਰਪਾ ਕੀਤੀ ਹੈ ਤੇ ਉਹ ਤੁਹਾਡੀ ਸਹਾਇਤਾ ਕਰਦੇ ਨੇ। ਉਹ ਆਪਣੇ ਪਿਆਰਿਆਂ ਨੂੰ ਦੁੱਖਾਂ ਤੋਂ ਬਚਾ ਲੈਂਦੇ ਹਨ। ਸੰਕਟ ਨ ਕੋ ਹੋਤ ਜਹਾਂ ਪਖ ਕੀਨਿਓ। ਲਓ, ਜਿੱਥੇ ਸਤਿਗੁਰੂ ਮਹਾਰਾਜ ਆਪਣੇ ਸੇਵਕਾਂ ਦਾ ਪੱਖ ਕਰਦੇ ਨੇ, ਸਮਾਨਾ ਕਰਦੇ ਨੇ, ਕੋਈ ਉਹਨਾਂ ਦੀ ਸਹਾਇਤਾ ਕਰਦੇ ਨੇ, ਫਿਰ ਕੋਈ ਵਿਘਨ ਕੋਈ ਦੁੱਖ ਉਹਨਾਂ ਦੇ ਨੇੜੇ ਨਹੀਂ ਢੁੱਕ ਸਕਦਾ। ਆਪ ਸਮੈ ਐਸੇ ਕੁਛ ਵਾਰਤਾ ਕਰਤ ਭਏ। ਕਿਉਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੋਵੇਂ ਭਰਾਵਾਂ ਨੂੰ ਮਿਲੇ ਨੇ ਤੇ ਮਹਾਦੇਵ ਜੀ ਦੇ ਨਾਲ ਕੁਛ ਵਾਰਤਾਲਾਪ ਕਰਦੇ ਰਹੇ। ਆਏ ਸੁਖ ਪੁਨ ਪਾਏ ਪੁਨ ਆਏ ਹੈ ਸਦਨ ਕੋ। ਫਿਰ ਮਹਾਦੇਵ ਜੀ ਨੂੰ ਕਹਿਣ ਲੱਗੇ, ਹੁਣ ਭਰਾਤਾ ਜੀ ਆਗਿਆ ਦਿਓ, ਹੁਣ ਅਸੀਂ ਆਪਣੇ ਘਰ ਜਾ ਕੇ ਆਰਾਮ ਕਰ ਲਈਏ। ਆਗਿਆ ਪ੍ਰਾਪਤ ਕਰਕੇ ਤੇ ਫਿਰ ਸਤਿਗੁਰੂ ਆਪਣੇ ਘਰ ਗੁਰੂ ਕੇ ਮਹਿਲਾਂ ਵੱਲ ਆਏ। ਸੁਖ ਸੋ ਬਸੇ ਹੈ ਸਭ ਸੰਕਟ ਨਸੇ ਹੈ। ਕਵੀ ਜੀ ਕਹਿੰਦੇ ਨੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਕੀ ਵਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਕੇ ਵਸੇ ਨੇ ਤੇ ਸਾਰੇ ਦੁੱਖ ਕਲੇਸ਼ ਵੀ ਨਾਸ ਹੋ ਗਏ। ਦੇਖ ਦਾਸ ਬਿਗਸੇ ਹੈ ਗੁਰਬਾਲਕ ਬਦਨ ਕੋ। ਤੇ ਜਿੰਨੇ ਦਾਸ ਨੇ ਉਹ ਵੀ ਬੜੇ ਪ੍ਰਸੰਨ ਹੋ ਗਏ ਨੇ ਸਾਹਿਬਜ਼ਾਦੇ ਤੇ ਗੁਰੂ ਮਹਾਰਾਜ ਦੇ ਦੀਦਾਰ ਕਰਕੇ। ਜਿੰਨੇ ਵੀ ਸੇਵਕ ਨੇ ਗੁਰੂ ਘਰ ਦੇ ਦਾਸ ਨੇ ਉਹ ਵੀ ਫੁੱਲਾਂ ਵਾਂਗੂ ਖਿੜ ਗਏ ਹਨ। ਖੇਲਤ ਅਜਰ ਮਹਾਂਜ ਪਿਤਾ ਪੈਸ ਘਰ ਸਾਂਝ। ਸਵੇਰੇ ਸ਼ਾਮ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਕਈ ਤਰ੍ਹਾਂ ਦੀਆਂ ਵਿਹੜੇ ਵਿੱਚ ਖੇਡਾਂ ਖੇਡਦੇ ਨੇ, ਜਿਵੇਂ ਆਮ ਬੱਚੇ ਘਰ ਦੇ ਵਿਹੜੇ ਵਿੱਚ ਹੀ ਖੇਡਦੇ ਨੇ ਨਾ, ਇਉਂ ਸਵੇਰੇ ਸ਼ਾਮ ਗੁਰੂ ਮਹਾਰਾਜ ਦੇ ਸਾਹਮਣੇ ਬੈਠ ਕੇ ਸਾਹਿਬਜ਼ਾਦਾ ਜੀ ਖੇਡਦੇ ਹਨ। ਬੈਠਤ ਘੜੀ ਕੋ ਦੁਖ ਦਾਸਨ ਕਦਨ ਕੋ। ਤੇ ਘੜੀ ਕਦੇ ਕਦੇ ਗੁਰੂ ਮਹਾਰਾਜ ਦੇ ਪਿਤਾ ਸਤਿਗੁਰੂ ਦੇ ਕੋਲ ਆ ਕੇ ਵੀ ਬੈਠ ਜਾਂਦੇ ਨੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਨਾ ਆਓ ਬੈਠੋ, ਜਿਵੇਂ ਆਪਾਂ ਵੀ ਛੋਟੇ ਬੱਚਿਆਂ ਨੂੰ ਕਹਿੰਦੇ ਆ ਵੀ ਕੁਝ ਸਮਾਂ ਇੱਥੇ ਆਰਾਮ ਨਾਲ ਬੈਠੋ, ਵਾਹਿਗੁਰੂ ਵਾਹਿਗੁਰੂ ਜਪੋ, ਗੁਰੂਆਂ ਦੇ ਨਾਮ ਲਵੋ, ਕੁਝ ਸ਼ਬਦ ਦਾ ਪਾਠ ਕਰੋ। ਇਉਂ ਗੁਰੂ ਮਹਾਰਾਜ ਬਹਿਣਾ ਬੋਲਣਾ ਸਿਖਾ ਰਹੇ ਨੇ ਤੇ ਜਿਨ੍ਹਾਂ ਦੇ ਦਰਸ਼ਨ ਕਰਕੇ ਤੇ ਦੁੱਖਾਂ ਦਾਸਾਂ ਦੇ ਦੁੱਖ ਕੱਟੇ ਜਾਂਦੇ ਹਨ। ਮੰਦਰ ਕੇ ਅੰਦਰ ਵਿਰਾਜੇ ਰੂਪ ਸੁੰਦਰ ਸੋ। ਲੋ ਬੜੇ ਸੁੰਦਰ ਰੂਪ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਮੰਦਰ ਮਹਿਲਾਂ ਦੇ ਵਿੱਚ ਬਰਾਜ ਰਹੇ ਹਨ। ਆਨੰਦ ਬਲੰਦ ਕੈ ਲਜਾਵਤ ਮਦਨ ਕੋ। ਤੇ ਬੜਾ ਆਨੰਦ ਸੇਵਕਾਂ ਨੂੰ ਬਖਸ਼ਿਸ਼ ਕਰਦੇ ਨੇ। ਰੂਪ ਇੰਨਾ ਸੋਹਣਾ ਹੈ ਜਿਹਨੂੰ ਦੇਖ ਕੇ ਕਾਮਦੇਵ ਵੀ ਸ਼ਰਮਾ ਜਾਂਦਾ ਹੈ। ਐਸਾ ਸਤਿਗੁਰੂ ਮਹਾਰਾਜ ਦਾ ਸੋਹਣਾ ਦੀਦਾਰ ਹੈ। ਸਵਾਦਲ ਆਹਾਰ ਦੇਤ ਜਾਗੇ ਤੇ ਸਕਾਰ ਹੋਤ। ਜਦੋਂ ਅੰਮ੍ਰਿਤ ਵੇਲੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਠਦੇ ਨੇ, ਉਸ ਵੇਲੇ ਮਾਤਾ ਗੰਗਾ ਜੀ ਬਹੁਤ ਸਵਾਦਲਾ ਭੋਜਨ ਜੋ ਬੱਚਿਆਂ ਨੂੰ ਚਾਹੀਦੀ ਖੁਰਾਕ ਭੋਜਨ ਉਹ ਦਿੰਦੇ ਹਨ। ਫੇਰ ਜਾਮ ਦਿਨ ਚੜੇ ਭੋਜਨ ਕਰਤ ਹੈ। ਫੇਰ ਜਦੋਂ ਪਹਿਰ ਦਿਨ ਚੜ ਜਾਂਦਾ ਹੈ, ਕਿਉਂਕਿ ਬੱਚਿਆਂ ਨੂੰ ਭੁੱਖ ਵੀ ਛੇਤੀ ਲੱਗਦੀ ਹੈ, ਖਾਂਦੇ ਵੀ ਥੋੜਾ ਨੇ, ਤੇ ਪਹਿਲਾਂ ਉੱਠਣ ਸਾਰ ਮਾਤਾ ਜੀ ਦੁੱਧ ਦਿੰਦੇ ਨੇ, ਫਿਰ ਪਹਿਰ ਦਿਨ ਗਏ ਤੋਂ ਉਹਨਾਂ ਨੂੰ ਭੋਜਨ ਛਕਾਉਂਦੇ ਹਨ। ਖੇਲਤ ਪਲਾਵਤ ਬੇਭੂਖਨ ਸੁਹਾਵਤ ਹੈ। ਫਿਰ ਸਤਿਗੁਰੂ ਮਹਾਰਾਜ ਦਿਨੇ ਖੇਡਦੇ ਨੇ, ਦੌੜਦੇ ਨੇ, ਤੇ ਜਿਹੜੇ ਗੁਰੂ ਮਹਾਰਾਜ ਦੇ ਅੰਗਾਂ ਵਿੱਚ ਪਾਏ ਹੋਏ ਸੁੰਦਰ ਗਹਿਣੇ ਉਹ ਬੜੇ ਸੋਹਣੇ ਸਜਦੇ ਹਨ। ਸੀਸ ਫੂਲ ਹੀਰਨ ਜਰਾਵ ਕੋ ਧਰਤ ਹੈ। ਤੇ ਫਿਰ ਸਿਰ ਦੇ ਉੱਤੇ ਸੋਨੇ ਦੇ ਫੁੱਲਾਂ ਦਾ ਗਹਿਣਾ ਹੈ, ਜਿਹਦੇ ਵਿੱਚ ਹੀਰਿਆਂ ਦੇ ਜੜਾਊ ਜੜੇ ਹੋਏ ਨੇ, ਉਹਨੂੰ ਵੀ ਆਪਣੀ ਸੀਸ ਉੱਤੇ ਧਾਰਨ ਕਰਦੇ ਹਨ। ਦੀਰਘ ਬਿਲੋਚਨ ਬਿਲੋਕਤ ਹੈ ਜਿਸ ਦੇਸ਼। ਤੇ ਗੁਰੂ ਮਹਾਰਾਜ ਦੇ ਬੜੇ ਸੋਹਣੇ ਚੌੜੇ ਨੇਤਰ ਨੇ, ਤੇ ਜਿਸ ਪਾਸੇ ਵੀ ਗੁਰੂ ਮਹਾਰਾਜ ਮਿਹਰ ਦੀ ਨਜ਼ਰ ਨਾਲ ਤੱਕਦੇ ਹਨ। ਹੋਤ ਹੈ ਨਿਹਾਲ ਦੁਖ ਸਾਗਰ ਤਰਤ ਹੈ। ਤੇ ਉਹ ਸੇਵਕ ਦਾਸ ਨਿਹਾਲ ਹੋ ਜਾਂਦੇ ਨੇ। ਜਿਹੜਾ ਦੁੱਖਾਂ ਦਾ ਸਾਗਰ ਹੈ, ਇਹ ਸੰਸਾਰ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ,
ਉਹ ਭਵਸਾਗਰ ਤੋਂ, ਦੁੱਖਾਂ ਦੇ ਸਮੁੰਦਰ ਤੋਂ ਤਰ ਜਾਂਦੇ ਹਨ। ਆਸ ਪਾਸ ਦਾਸ ਰਹੇ, ਬਾਸ ਮੈਂ ਨਿਵਾਸ ਕਰੇ। ਆਸੇ ਪਾਸੇ ਦਾਸ ਵੀ ਸੇਵਾ ਲਈ ਹਾਜ਼ਰ ਰਹਿੰਦੇ ਨੇ ਤੇ ਗੁਰੂ ਮਹਾਰਾਜ ਇਉਂ ਆਪਣੇ ਘਰ ਦੇ ਵਿੱਚ ਹੀ, ਮਹਿਲਾਂ ਵਿੱਚ ਹੀ ਨਿਵਾਸ ਕਰਦੇ ਹਨ। ਰਾਖੇ ਮਾਤ ਤਰਾਸਨ, ਵਿਸਾਸ ਕੋ ਪਰਤ ਹੈ। ਤੇ ਮਾਤਾ ਗੰਗਾ ਜੀ ਵੀ ਮਨ ਦੇ ਵਿੱਚ ਬੜਾ ਡਰ ਜਿਹਾ ਰੱਖਦੇ ਨੇ। ਉਹ ਕਿਸੇ ਤੇ ਬਹੁਤਾ ਵਿਸ਼ਵਾਸ ਵੀ ਨਹੀਂ ਉਹਨਾਂ ਦਾ ਵੱਜਦਾ। ਕਿਉਂ? ਪਹਿਲਾਂ ਕਈ ਵਾਰੀ ਵਿਘਨ ਪੈ ਚੁੱਕੇ ਨੇ। ਮਾਤਾ ਜੀ ਬਹੁਤਾ ਆਪਣੀ ਨਿਗਰਾਨੀ ਤੇ ਨਜ਼ਰਸਾਨੀ ਚ ਸਾਹਿਬਜ਼ਾਦੇ ਨੂੰ ਰੱਖਦੇ ਹਨ। ਹੋਤ ਰਾਤ ਮਾਤ ਨਿਜ, ਹਾਥ ਸੋ ਅਚਾਏ ਪੁੰਨ। ਜਦੋਂ ਰਾਤ ਪੈਂਦੀ ਹੈ ਤੇ ਫਿਰ ਰਾਤਰੀ ਦੇ ਸਮੇਂ ਦਾ ਭੋਜਨ ਮਾਤਾ ਗੰਗਾ ਜੀ ਸਾਹਿਬਜ਼ਾਦੇ ਨੂੰ ਆਪਣੇ ਹੱਥੀਂ ਛਕਾਉਂਦੇ ਹਨ। ਪਾਸ ਲੈ ਸੁਪਤ, ਪ੍ਰਤ ਭਾਰਤ ਹੈ ਪ੍ਰੀਤ ਕਰ। ਫਿਰ ਆਪਣੇ ਪਾਸ ਲੈ ਕੇ ਸਾਹਿਬਜ਼ਾਦੇ ਨੂੰ ਸਵਾਉਂਦੇ ਨੇ ਤੇ ਆਪ ਵੀ ਬਰਾ ਜਾਂਦੇ ਨੇ। ਬਹੁਤ ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਸਾਹਿਬਜ਼ਾਦੇ ਦੀ ਪਾਲਣਾ ਪੋਸ਼ਣਾ ਕਰ ਰਹੇ ਹਨ। ਹਾਥ ਲਾਏ ਗਾਤ ਸਾਥ, ਸੋਵਤ ਹੈ ਜਾਗੇ ਪ੍ਰਾਤ। ਲੋ ਮਾਤਾ ਜੀ ਉਹ ਰਾਤ ਨੂੰ ਸੌਂਦੇ ਨੇ। ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਹੱਥ ਪਿੱਠ ਤੇ ਰੱਖ ਕੇ ਸੌਂਦੇ ਨੇ। ਇੱਕ ਤਾਂ ਥਾਪੜਦੇ ਵੀ ਨੇ ਤੇ ਬਾਕੀ ਮਾਤਾ ਤੇ ਪੁੱਤਰ ਦਾ ਸਨੇਹ ਐਸਾ ਹੁੰਦਾ ਹੈ ਤੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਤੇ ਫਿਰ ਜਾਗ ਪੈਂਦੇ ਹਨ। ਚੰਦ ਮੁਖ ਧੋਵਤ, ਦੁਲਾਰੇ ਮੋਦ ਚੀਤ ਕਰ। ਫਿਰ ਉੱਠਣ ਸਾਰ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਚੰਦਰਮਾ ਵਰਗਾ ਸੋਹਣਾ ਮੁਖ ਜਲ ਲੈ ਕੇ ਧੋਂਦੇ ਨੇ, ਮੂੰਹ ਧੁਆ ਕੇ ਤੇ ਫਿਰ ਮਾਤਾ ਜੀ ਚਿੱਤ ਵਿੱਚ ਆਨੰਦ ਧਾਰਨ ਕਰਕੇ ਆਪਣੇ ਪੁੱਤਰ ਨੂੰ ਲਾੜ ਲਡਾਉਂਦੇ ਹਨ। ਨਏ ਨਏ ਰੰਗ ਤਾਰ, ਅੰਬਰ ਪਟੰਬਰ ਲੈ। ਤੇ ਨਵੇਂ ਨਵੇਂ ਤੇ ਸੋਹਣੇ ਰੰਗ ਬਰੰਗੇ ਵਸਤਰ, ਕੋਈ ਪਸ਼ਮੀਨੇ ਦੇ, ਕੋਈ ਸੂਤੀ, ਕੋਈ ਰੇਸ਼ਮੀ, ਜਿਵੇਂ ਆਮ ਬੱਚਿਆਂ ਦੇ ਆਪਾਂ ਵੀ ਦੇਖਦੇ ਹਾਂ ਕਈ ਤਰ੍ਹਾਂ ਦੇ ਵਸਤਰ ਹੁੰਦੇ ਹਨ। ਅੰਗ ਮੈਂ ਸੁਰੰਗ ਕਬ, ਸ਼ਾਮ ਕਬ ਭਰੀ ਪੀਤ ਕਰ। ਅੰਗ ਮੈਂ ਤੋਂ ਭਾਵ ਹੈ ਵੀ ਉਹਨਾਂ ਦੇ ਸਰੀਰ ਦੇ ਉੱਪਰ ਕਦੇ ਲਾਲ ਰੰਗ ਦੇ, ਕਦੇ ਕਾਲੇ ਰੰਗ ਦੇ, ਕਦੇ ਪੀਲੇ ਰੰਗ ਦੇ ਵਸਤਰ ਪਾਉਂਦੇ ਹਨ। ਐਸੀ ਬਿਦ ਨੀਤ ਕਰ, ਮਹਾ ਮਨ ਹੀਤ ਕਰ। ਮਨ ਦੇ ਵਿੱਚ ਬੜਾ ਹੀਤ ਪ੍ਰੇਮ ਕਰਕੇ ਮਾਤਾ ਗੰਗਾ ਜੀ ਹਰ ਰੋਜ਼ ਹਮੇਸ਼ਾ ਇਸ ਢੰਗ ਦੇ ਨਾਲ ਸਾਹਿਬਜ਼ਾਦੇ ਦੀ ਪਰਵਰਿਸ਼ ਕਰਦੇ ਹਨ। ਪੁੱਤ ਸ਼ਾਹਰੀਤ ਕਰ, ਬਸੇ ਪੁਰਥੀਤ ਕਰ। ਲੋ ਬੜਾ ਉਤਸ਼ਾਹ ਧਾਰਨ ਕਰਕੇ ਮਾਤਾ ਗੰਗਾ ਜੀ ਤੇ ਸਤਿਗੁਰੂ ਮਹਾਰਾਜ ਵੀ ਆਪਣੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਟੇਕੇ ਸਮਾਂ ਬਤੀਤ ਕਰ ਰਹੇ ਹਨ। ਕੇਤਕ ਬੀਤੇ ਹੈ ਮਾਸ, ਬਿਰਧਤ ਪ੍ਰਕਾਸ਼ ਬੈ। ਲੋ ਜਦੋਂ ਇੱਥੇ ਰਹਿੰਦਿਆਂ ਕਈ ਮਹੀਨੇ ਬੀਤ ਗਏ ਨੇ ਤੇ ਗੁਰੂ ਮਹਾਰਾਜ ਦਾ ਸਰੀਰ ਵੀ ਵੱਧ ਰਿਹਾ ਹੈ ਤੇ ਉਮਰ ਵੀ ਦਰਾਜ ਹੋ ਰਹੀ ਹੈ। ਹੋਏ 3 ਸੰਮਤ ਕੇ, ਸ੍ਰੀ ਹਰਗੋਬਿੰਦ ਚੰਦ। ਲੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਨਾਲ ਚੰਦਰਮਾ ਵਾਂਗੂ ਬੜਾ ਸੋਹਣਾ ਦੀਦਾਰ ਹੈ ਤੇ ਉਹਨਾਂ ਨੂੰ ਹੁਣ 3 ਸਾਲ ਦੇ ਪੂਰੇ ਹੋ ਗਏ ਨੇ। ਕਿਉਂ? ਜਦੋਂ ਵਡਾਲੀ ਸਾਹਿਬ ਗਏ ਸਨ ਤੇ ਉੱਥੇ ਕੁਝ ਮਹੀਨੇ ਤੋਂ ਬਾਅਦ ਗੁਰੂ ਮਹਾਰਾਜ ਦਾ ਅਵਤਾਰ ਹੁੰਦਾ ਤੇ ਫਿਰ 2-2.5 ਸਾਲ ਦੇ ਕਰੀਬ ਸਮਾਂ ਉੱਥੇ ਬਿਤਾਇਆ। ਪੂਰੇ 3 ਸਾਲ ਉੱਥੇ ਰਹੇ ਸਨ ਤੇ ਹੁਣ 2.5 ਸਾਲ ਦੇ ਵਿੱਚ 3 ਸਾਲ ਹਾਲੇ ਪੂਰੇ ਨਹੀਂ ਸੀ ਹੋਏ, ਅੰਮ੍ਰਿਤਸਰ ਸਾਹਿਬ ਆ ਗਏ ਨੇ ਤੇ ਹੁਣ ਭਾਈ ਸਾਹਿਬ ਕਹਿੰਦੇ ਨੇ ਪੂਰੇ 3 ਸਾਲ ਦੇ ਸਤਿਗੁਰੂ ਮਹਾਰਾਜ ਹੋ ਗਏ ਹਨ। ਗੰਗਾ ਕੇ ਉਮੰਗ ਮਨ, ਬੋਲੀ ਸੋ ਗੁਰੂ ਕੇ ਸੰਗ। ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਬੜਾ ਚਾਅ ਹੈ, ਬੜਾ ਪਿਆਰ ਹੈ, ਬਹੁਤ ਉਤਸ਼ਾਹ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕਰਨ ਲੱਗੇ। ਬੇਗਨ ਬਿਸਾਲਣ ਤੇ ਪ੍ਰਭੂ ਨੇ ਉਭਾਰਿਓ ਆਨੰਦ। ਕੀ ਆਖਿਆ ਵੀ ਦੇਖੋ ਵਾਹਿਗੁਰੂ ਨੇ, ਅਕਾਲ ਪੁਰਖ ਨੇ, ਗੁਰੂ ਨਾਨਕ ਸਾਹਿਬ ਨੇ ਬੜੀ ਮਿਹਰ ਕੀਤੀ ਹੈ। ਵਿਘਨ ਵੀ ਹੋਏ, ਅਟੈਕ ਵੀ ਹੋਏ, ਵਿਰੋਧੀਆਂ ਵੱਲੋਂ ਬਹੁਤ ਸਾਰੇ ਹਮਲੇ ਕੀਤੇ ਗਏ, ਪਰ ਸਾਡੇ ਸਾਹਿਬਜ਼ਾਦੇ ਨੂੰ ਵਾਹਿਗੁਰੂ ਨੇ ਬਚਾਇਆ ਹੈ। ਬ੍ਰਹਮ ਭੋਜ ਕੀਜੇ ਆਪ, ਅਦਕ ਪ੍ਰਤਾਪ ਹੋਏ। ਮੇਰੀ ਇੱਛਾ ਹੈ ਵੀ ਆਪਾਂ ਵੀ ਭੰਡਾਰਾ ਕਰੀਏ, ਸਾਰੀਆਂ ਸੰਗਤਾਂ ਨੂੰ ਲੰਗਰ ਪਾਣੀ ਛਕਾਈਏ। ਇਹ ਵੀ ਇੱਕ ਮਰਜ਼ਾਦਾ ਹੁੰਦੀ ਹੈ ਨਾ ਵੀ ਜਦੋਂ ਕੋਈ ਖੁਸ਼ੀ ਦਾ ਸਮਾਂ ਹੁੰਦਾ ਹੈ ਵੀ ਹੋ ਸਕਦਾ ਹੈ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵੀ ਇਹ 3 ਸਾਲ ਦੇ ਪੂਰੇ ਹੋਏ ਨੇ ਨਾ, ਜਿਵੇਂ ਬੱਚਿਆਂ ਦੇ ਜਨਮ ਦਿਨ ਮਨਾਏ ਜਾਂਦੇ ਨੇ, ਉਹ ਸਮੇਂ ਨੂੰ ਮੁੱਖ ਰੱਖ ਕੇ ਮਾਤਾ ਗੰਗਾ ਜੀ ਨੇ ਆਖਿਆ ਵੀ ਆਪਾਂ ਵੀ ਸੰਗਤਾਂ ਨੂੰ ਲੰਗਰ ਪਾਣੀ ਛਕਾਈਏ, ਪੱਕਾ ਭੰਡਾਰਾ ਪਕਵਾਨ ਬਣਾ ਕੇ ਛਕਾਈਏ
ਇਹਦੇ ਨਾਲ ਬੜਾ ਭਾਰੀ ਗੁਰੂ ਘਰ ਦਾ ਪ੍ਰਤਾਪ ਵਧੇਗਾ। ਜੇਨ ਕੇਨ ਦੀਜੀਐ ਆਹਾਰ ਹਵੈ ਆਨੰਦ ਕੰਦ। ਐ ਆਨੰਦੇ ਕੰਦ ਬੱਦਲ ਰੂਪ ਆਨੰਦੇ ਦਾਤੇ ਸਤਿਗੁਰੂ ਜੀ। ਕੋਈ ਗਰੀਬ ਅਮੀਰ, ਕੋਈ ਉੱਚੀ ਨੀਵੀਂ ਜਾਤ ਦਾ ਆਵੇ, ਜੋ ਗੁਰੂ ਘਰ ਦੀ ਮਰਜ਼ਾਦਾ ਹੈ, ਤੇ ਸਾਰਿਆਂ ਨੂੰ ਇਕਸਾਰ ਭੋਜਨ ਦਿੱਤਾ ਜਾਵੇ। ਖਾਏ ਹਰ ਖਾਵੇਂ ਦੇਖ ਆਸਖ ਅਲਾਵੇਂ ਬਹੁ। ਲੋ ਜਦੋਂ ਲੋਕ ਗੁਰਸਿੱਖ ਸੰਗਤਾਂ ਭੋਜਨ ਛਕਣਗੇ, ਪ੍ਰਸੰਨ ਹੋਣਗੇ, ਤੇ ਨਾਲ ਹੀ ਉਹ ਅਸੀਸਾਂ ਦੇਣਗੇ। ਜਸ ਬਿਥਰਾਵੇਂ ਗਏ ਬੈਲਾਂ ਦੀਨ ਕੰਦ ਦੁੰਦ। ਔਰ ਗੁਰੂ ਘਰ ਦਾ ਜਸ ਫੈਲਾਉਣਗੇ ਜਿੱਥੇ ਵੀ ਜਾਣਗੇ, ਤੇ ਉੱਥੇ ਸਮੂਹ ਜਿਹੜੇ ਦੁੰਦਵਾਦ ਨੇ, ਭਾਵ ਕੋਈ ਝਗੜੇ ਕਲੇਸ਼ ਨਹੀਂ, ਉਹਨਾਂ ਨੂੰ ਕੱਟ ਦੇਣਗੇ। ਬਾਣੀ ਪੁਨ ਸਾਨੀ ਸੁਣ ਸਤਿਗੁਰੂ ਅਰਜਨ। ਜਦੋਂ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ, ਮਹਾਰਾਜ ਵੀ ਆਪਾਂ ਸਾਹਿਬਜ਼ਾਦਾ 3 ਸਾਲ ਦਾ ਹੋਇਆ, ਤੇ ਆਪਾਂ ਗੁਰਸਿੱਖ ਸੰਗਤਾਂ ਨੂੰ ਭੰਡਾਰਾ ਕਰਕੇ ਛਕਾਈਏ, ਪਕਵਾਨ ਬਣਾ ਕੇ ਲੰਗਰ ਪਾਣੀ ਦੀ ਸੇਵਾ ਕਰੀਏ। ਇਹ ਬੜੀ ਪੁੰਨ ਵਾਲੀ ਪਰਉਪਕਾਰ ਵਾਲੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਵੀ ਪ੍ਰਸੰਨ ਹੋ ਗਏ। ਹੋਏ ਕਹਿ ਰਖ ਮਨ ਹੁਕਮ ਬਖਾਨਿਓ। ਗੁਰੂ ਅਰਜਨ ਦੇਵ ਮਹਾਰਾਜ ਨੇ ਮਨ ਦੇ ਵਿੱਚ ਪ੍ਰਸੰਨ ਹੋ ਕੇ ਸੇਵਾਦਾਰਾਂ ਨੂੰ ਹੁਕਮ ਕਰ ਦਿੱਤਾ। ਦੀਜੇ ਪੁੰਜ ਧਨ ਆਵੇ ਵਸਤੂ ਅਨੇਕ ਮਨ। ਸੇਵਾਦਾਰਾਂ ਨੂੰ ਹੁਕਮ ਕਰ ਦਿੱਤਾ ਵੀ ਹੁਣ ਬਹੁਤਾ ਧਨ ਦੇ ਦਿਓ, ਤੇ ਜਿੰਨੇ ਵੀ ਰਸਤ ਵਸਤ ਸਮੱਗਰੀ ਚਾਹੀਦੀ ਹੈ, ਤੇ ਉਹ ਘਰ ਦੇ ਵਿੱਚ ਲਿਆਂਦੀ ਜਾਵੇ। ਕੀਜੀਏ ਵਿਸਾਲ ਹਵੈ ਅਤੋਟ ਆਨੇ ਆਨਿਓ। ਇਹ ਬਹੁਤ ਵੱਡਾ ਆਪਾਂ ਭੰਡਾਰਾ ਕਰਨਾ ਹੈ, ਵੱਡਾ ਲੰਗਰ ਚਲਾਉਣਾ ਹੈ, ਤੇ ਟੋਟੇ ਤੋਂ ਰਹਿਤ ਬਹੁਤਾ ਅੰਨ ਲੈ ਆਓ। ਮਾਨੁਖ ਅਸੰਖ ਆਵੇਂ ਭੋਜਨ ਜੋ ਮਨ ਪਾਵੇਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੱਥੇ ਕੋਈ ਗਿਣਤੀ ਨਹੀਂ ਹੋਣੀ, ਬੇਅੰਤ ਸੰਗਤਾਂ ਨੇ, ਅਣਗਿਣਤ ਸੰਗਤਾਂ ਨੇ ਆਉਣਾ। ਹੁਣ ਵੀ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ, ਲੱਖਾਂ ਹੀ ਸੰਗਤਾਂ ਰੋਜ਼ ਗੁਰੂ ਕੇ ਲੰਗਰ ਵਿੱਚੋਂ ਭੋਜਨ ਛਕਦੀਆਂ ਨੇ, ਪਰ ਜਦੋਂ ਕੋਈ ਵੱਡਾ ਜੋੜ ਮੇਲਾ ਹੁੰਦਾ, ਕੋਈ ਪੁਰਬ, ਕੋਈ ਇਤਿਹਾਸਕ ਦਿਹਾੜਾ ਹੁੰਦਾ, ਉਸ ਵੇਲੇ ਤਾਂ ਵਾਰੀ ਨਹੀਂ ਆਉਂਦੀ, ਹੋਰ ਵੀ ਲੰਗਰ ਸੰਗਤਾਂ ਜਾ ਕੇ ਲਾਉਂਦੀਆਂ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬੇਅੰਤ ਸੰਗਤਾਂ ਨੇ ਆਉਣਾ, ਤੇ ਸਭ ਨੇ ਮਨ ਪਾਉਂਦਾ ਭੋਜਨ ਛਕਣਾ ਹੈ। ਖਾਵੇਂ ਹਰ ਖਾਵੇਂ ਕਰੇ ਪਾਕ ਕੋ ਮਹਾਨਿਓ। ਸਾਰੀਆਂ ਸੰਗਤਾਂ ਖੁਸ਼ ਹੋਣ, ਭੋਜਨ ਛਕਣ, ਤੇ ਇਉਂ ਤੁਸੀਂ ਬਹੁਤ ਵੱਡੀ ਪੱਧਰ ਦੇ ਉੱਤੇ ਵੱਡੇ ਲੰਗਰ ਦਾ ਪ੍ਰਬੰਧ ਕਰਨਾ ਹੈ। ਕਿਤ ਕੋ ਮੰਗਾਵੋ ਸਰ ਕਰਾ ਕੋ ਖਰੀਦ ਲਿਆਵੋ। ਤੇ ਉਸ ਵੇਲੇ ਦੇਸੀ ਘਿਓ ਹੀ ਹੁੰਦਾ ਸੀ। ਸਤਿਗੁਰੂ ਕਹਿਣ ਲੱਗੇ ਭਾਈ ਦੇਸੀ ਘਿਓ ਮੰਗਵਾ ਲਵੋ, ਤੇ ਨਾਲ ਸਰਕਰਾ ਤੋਂ ਭਾਵ ਹੈ ਵੀ ਉਸ ਵੇਲੇ ਖੰਡ ਨੂੰ ਕਹਿੰਦੇ ਸੀ, ਵੀ ਨਾਲ ਖੰਡ ਵੀ, ਸ਼ੂਗਰ ਵੀ ਖਰੀਦ ਕੇ ਲੈ ਆਓ। ਸੁੰਦਰ ਗੋਤੂਮ ਕੋ ਪਿਸਾਵੋ ਜੋ ਪਰਮਾਨਿਓ। ਤੇ ਨਾਲ ਜਿਹੜੀ ਸੋਹਣੀ ਕਣਕ ਹੈ ਉਹਦਾ ਆਟਾ ਪਿਸਾ ਲਵੋ, ਕਿਉਂਕਿ ਆਮ ਤੌਰ ਤੇ ਜਿਹੜਾ ਕਣਕ ਦਾ ਪ੍ਰਸ਼ਾਦਾ ਹੈ ਨਾ, ਵੀ ਇਹ ਪਕਾਉਣਾ ਵੀ ਸੌਖਾ ਹੁੰਦਾ ਤੇ ਛਕਣਾ ਵੀ ਸੌਖਾ ਹੁੰਦਾ। ਪਹਿਲੇ ਸਮੇਂ ਵਿੱਚ ਕੋਈ ਬਾਜਰੇ, ਮੱਕੀ ਦੇ ਵੀ ਪ੍ਰਸ਼ਾਦੇ ਤਿਆਰ ਹੁੰਦੇ ਸਨ, ਪਰ ਉਹ ਗਰਮ ਛਕ ਲਓ ਤੇ ਵਧੀਆ ਰਹਿੰਦਾ, ਤੇ ਨਹੀਂ ਬਾਅਦ ਵਿੱਚ ਫਿਰ ਉਹ ਆਕੜ ਜਾਂਦੇ ਸਨ ਤੇ ਖਾਣੇ ਔਖੇ ਹੋ ਜਾਂਦੇ ਸਨ। ਤੇ ਗੁਰੂ ਮਹਾਰਾਜ ਨੇ ਆਖਿਆ ਬਹੁਤੀਆਂ ਸੰਗਤਾਂ ਨੇ ਆਉਣਾ, ਤੇ ਕਣਕ ਦਾ ਆਟਾ ਵੀ ਪਿਸਾ ਲਵੋ। ਦਾਸਨ ਦਰਬ ਦੇ ਵਸਤੂ ਮੰਗਾਈ ਸਭ। ਤੇ ਗੁਰੂ ਮਹਾਰਾਜ ਦਾ ਹੁਕਮ ਸੁਣਦਿਆਂ ਸਾਰ, ਤੇ ਗੁਰੂ ਮਹਾਰਾਜ ਨੇ ਕਹਿ ਕੇ ਬਹੁਤਾ ਧਨ ਦਿੱਤਾ ਸੇਵਾਦਾਰਾਂ ਨੂੰ, ਤੇ ਜਿੰਨੀਆਂ ਵਸਤੂਆਂ ਚਾਹੀਦੀਆਂ ਸਨ, ਖੰਡ, ਘਿਓ, ਰਸਤਾਂ ਬਸਤਾਂ, ਹੋਰ ਜੋ ਵੀ ਕੁਛ ਚਾਹੀਦਾ ਸੀ ਉਹ ਮੰਗਵਾ ਲਿਆ। ਘਰੇ ਹੈ ਕਰਾਹੇ ਬਹੁ ਕੀਨ ਪਕਵਾਨ ਕੋ। ਤੇ ਕੜਾਹੇ ਰੱਖ ਲਏ ਨੇ ਗੁਰੂ ਕੇ ਲੰਗਰ ਵਿੱਚ, ਤੇ ਬਹੁਤ ਸਾਰਾ ਪਕਵਾਨ ਮਠਿਆਈਆਂ ਤਿਆਰ ਹੋਣ ਲੱਗ ਪਈਆਂ। ਪਰ ਵਹਿ ਕਰਾਹੋ ਪੂਪ ਪੂਰਿਕਾ ਕਚੌਰੀ ਵਹੋ। ਕਿਹੜੇ ਕਿਹੜੇ ਪਕਵਾਨ ਪਦਾਰਥ ਤਿਆਰ ਕੀਤੇ ਨੇ, ਕਵੀ ਜੀ ਲਿਖਦੇ ਨੇ ਦੇਸੀ ਘਿਓ ਦਾ ਕੜਾ ਪ੍ਰਸ਼ਾਦ ਬਣਾਇਆ ਗਿਆ, ਤੇ ਨਾਲ ਪੂੜੇ ਤੇ ਪੂੜੀਆਂ ਤੇ ਕਚੌਰੀਆਂ ਵੀ ਬਹੁਤ ਤਿਆਰ ਕੀਤੀਆਂ ਗਈਆਂ। ਮੋਦਕ ਬਣਾਏ ਜਿਉ ਮੋਦਕ ਮਹਾਨ ਕੋ। ਮੋਦਕ ਤੋਂ ਭਾਵ ਹੈ ਲੱਡੂ ਵੀ ਬਣਾਏ ਨੇ। ਆ ਜਿਹੜੇ ਵੇਸਣ ਦੇ ਲੱਡੂ ਨੇ, ਪੁਰਾਣੇ ਸਮੇਂ ਦਾ ਰਿਵਾਜ ਹੀ ਹੈ, ਤੇ ਜਿਨ੍ਹਾਂ ਨੂੰ ਛਕ ਕੇ ਬਹੁਤਾ ਆਨੰਦ ਪ੍ਰਾਪਤ ਹੁੰਦਾ ਹੈ, ਕਿਉਂਕਿ ਹਰ ਵਿਆਹ ਦੇ ਤੇ ਖੁਸ਼ੀ ਦੇ ਸਮੇਂ ਦੇ ਵਿੱਚ ਇਹ ਸ਼ਗਨ ਲੱਡੂਆਂ ਦਾ ਹੀ ਕੀਤਾ ਜਾਂਦਾ ਸੀ। ਤੇ ਹੁਣੇ ਵੀ ਖੁਸ਼ੀ ਦਾ ਸਮਾਗਮ ਹੈ,
ਤੇ ਹੁਣ ਇਹ ਲੱਡੂ ਵੀ ਉਸ ਵੇਲੇ ਬਣਾਏ ਗਏ। ਮੇਵੇ ਸੋ ਅਮੇਜ ਕਰ ਰਾਇਤਾ ਸਲੋਨ ਬੜੋ। ਤੇ ਨਾਲ ਫਿਰ ਰਾਇਤਾ ਵੀ ਤਿਆਰ ਕੀਤਾ ਜਿਹਦੇ ਵਿੱਚ ਕਈ ਤਰ੍ਹਾਂ ਦੇ ਮੇਵੇ ਮਿਲਾਏ ਗਏ ਹਨ ਤੇ ਵਿੱਚ ਕੁਝ ਲੂਣ ਵੀ ਪਾਇਆ ਹੈ। ਮੂਲਿਕਾ ਬ੍ਰਿੰਦਾਰਕ ਰਿਧਾਏ ਸੰਗ ਖਾਨ ਕੋ। ਤੇ ਨਾਲ ਕਹਿੰਦੇ ਆ ਮੂਲੀਆਂ ਵੀ ਸਲਾਦ ਵਾਸਤੇ ਕੱਟੀਆਂ ਗਈਆਂ ਤੇ ਬ੍ਰਿੰਦਾਰਕ ਤੋਂ ਭਾਵ ਹੈ ਬਤਾਊ, ਇਹ ਵੀ ਰਿੰਨੇ ਗਏ ਨੇ, ਭਾਵ ਬਤਾਊਆਂ ਦੀ ਸਬਜ਼ੀ ਬਣਾਈ ਗਈ ਹੈ। ਭੋਜਨ ਸੋ ਕੋਸ਼ਟ ਭਰਾਇਓ ਭਾਂਤ ਭਾਂਤ ਕਰ। ਤੇ ਗੁਰੂ ਮਹਾਰਾਜ ਨੇ ਕਈ ਤਰ੍ਹਾਂ ਦੇ ਭੋਜਨ ਪਕਵਾਨ ਤਿਆਰ ਕਰਵਾਏ ਨੇ ਤੇ ਇੰਨੀ ਤਾਦਾਦ ਵਿੱਚ ਕਰਵਾਏ ਨੇ ਤੇ ਕੋਠੇ ਭਰ ਕੇ ਗੁਰੂ ਮਹਾਰਾਜ ਨੇ ਤਿਆਰ ਕਰਕੇ ਰੱਖ ਲਿਆ। ਸਿੱਖਿਅਕ ਬਿਠਾਏ ਕਰੇ ਜਪ ਜੀ ਬਖਾਨ ਕੋ। ਆਹ ਵੇਖੋ ਇੱਕ ਮਰਜ਼ਾਦਾ ਵਾਲੀ ਜਿਹੜੀ ਗੱਲ ਹੈ ਜਿਸ ਪਾਸੇ ਧਿਆਨ ਦੇਣਾ ਹੈ। ਕਵੀ ਜੀ ਕਹਿੰਦੇ ਨੇ ਜਿੱਥੇ ਗੁਰੂ ਮਹਾਰਾਜ ਨੇ ਭੋਜਨ ਤਿਆਰ ਕਰਕੇ ਕਮਰਿਆਂ ਦੇ ਵਿੱਚ ਰਖਵਾਇਆ ਹੋਇਆ ਨਾ, ਤੇ ਫਿਰ ਉੱਥੇ ਇੱਕ ਗੁਰਸਿੱਖ ਨੂੰ ਕਹਿ ਦਿੱਤਾ ਤੂੰ ਇੱਥੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰ। ਉਹ ਗੁਰਸਿੱਖ ਨੂੰ ਕਹਿ ਦਿੱਤਾ ਵੀ ਇੱਥੇ ਕੋਲੇ ਬੈਠ ਕੇ ਬਾਣੀ ਪੜ੍ਹ ਤਾਂ ਕਿ ਜਿਹੜਾ ਗੁਰੂ ਕਾ ਲੰਗਰ ਹੈ ਇਹਦੇ ਵਿੱਚ ਬਾਣੀ ਦਾ ਵੀ ਅਸਰ ਹੋਵੇ ਤੇ ਜਿਹੜਾ ਲੰਗਰ ਛਕੇ ਉਹ ਵੀ ਵਾਹਿਗੁਰੂ ਵਾਹਿਗੁਰੂ ਜਪੇ। ਤੇ ਇਸ ਢੰਗ ਦੇ ਨਾਲ ਗੁਰੂ ਮਹਾਰਾਜ ਆਪ ਮਰਜ਼ਾਦਾ ਪੁਰਸ਼ੋਤਮ ਸਾਨੂੰ ਇਹ ਮਰਜ਼ਾਦਾ ਸਿਖਾਉਂਦੇ ਨੇ ਵੀ ਜਦੋਂ ਵੀ ਲੰਗਰ ਤਿਆਰ ਹੋਵੇ ਤੇ ਉਸ ਵੇਲੇ ਜਪਜੀ ਸਾਹਿਬ ਦਾ ਪਾਠ ਉੱਥੇ ਬੈਠ ਕੇ ਕਰੋ, ਉਹਦੇ ਵਿੱਚ ਬਰਕਤ ਪੈ ਜਾਂਦੀ ਹੈ। ਇਸ ਵਾਸਤੇ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਮਹਾਰਾਜ ਨੇ ਸਿੱਖਿਆ ਬਖਸ਼ਿਸ਼ ਕੀਤੀ ਹੈ। ਸੋ ਹੁਣ ਸਮਾਂ ਸੰਪੂਰਨ ਹੋਇਆ, ਲੰਗਰ ਤੇ ਤਿਆਰ ਹੋ ਗਿਆ, ਹੁਣ ਕੱਲ ਨੂੰ ਛਕਾਇਆ ਜਾਵੇਗਾ ਇਤਿਹਾਸ ਦੇ ਮੁਤਾਬਕ। ਦਾਸ ਬੇਨਤੀ ਕਰ ਰਿਹਾ ਹੈ ਤੇ ਹੁਣ ਉਹ ਕੱਲ ਦਾ ਪ੍ਰਸੰਗ ਆਪ ਸੰਗਤਾਂ ਨੇ ਸਮੇਂ ਸਿਰ ਆ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਹੁਣ ਢਾਡੀ ਸਿੰਘਾਂ ਦਾ ਸਮਾਂ ਹੈ, ਉਹਨਾਂ ਨੇ ਇਤਿਹਾਸ ਨਾਲ ਆਪ ਸੰਗਤਾਂ ਨੂੰ ਜੋੜਨਾ ਹੈ। ਦਾਸ ਨੂੰ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਭੋਜਨ ਸੋ ਕੋਸ਼ਟ ਭਰਾਇਓ ਭਾਂਤ ਭਾਂਤ ਕਰ। ਸਿੱਖ ਕੋ ਬਿਠਾਇਓ ਕਰੇ ਜਪ ਜੀ ਬਖਾਨ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।